ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਨੂੰ ਇਤਿਹਾਸਕ ਤੌਰ ਦੇ ਉੱਤੇ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਅੱਜ ਅਸੀਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਦੇ ਪਹਿਲੇ ਪੜਾਅ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਦਾਤਾਰ ਕਿਰਪਾ ਕਰਨ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਫਤਿਹ ਦੇ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੀਵਨ, ਇਹਨੂੰ ਮੁੱਖ ਤੌਰ ਦੇ ਉੱਤੇ ਅਸੀਂ ਤਿੰਨ ਪੜਾਵਾਂ ਦੇ ਵਿੱਚ, ਤਿੰਨ ਸਟੇਜਸ ਦੇ ਵਿੱਚ ਰੱਖ ਸਕਦੇ ਹਾਂ। ਪਹਿਲਾ ਹੈ ਜਦੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਪਟਨਾ ਸਾਹਿਬ ਦੇ ਵਿੱਚ ਹੁੰਦਾ ਹੈ। ਉਹਦੇ ਤੋਂ ਲੈ ਕੇ ਸਤਿਗੁਰੂ ਜੀ ਕੁਝ ਸਾਲਾਂ ਬਾਅਦ ਆਨੰਦਪੁਰ ਪਹੁੰਚਦੇ ਨੇ। ਆਨੰਦਪੁਰ ਸਾਹਿਬ ਤੋਂ ਬਾਅਦ ਪੌਂਟਾ ਸਾਹਿਬ ਜਾਂਦੇ ਨੇ। ਪੌਂਟਾ ਸਾਹਿਬ ਤੋਂ ਵਾਪਸ ਫਿਰ ਆਨੰਦਪੁਰ ਸਾਹਿਬ ਆਉਂਦੇ ਨੇ। ਫਿਰ ਅਗਲਾ ਜਿਹੜਾ ਹੈ 1699 ਦੀ ਵਿਸਾਖੀ ਦਾ ਜ਼ਿਕਰ ਆਉਂਦਾ ਹੈ ਤੇ ਇਹਦੇ ਤੋਂ ਲੈ ਕੇ ਚਮਕੌਰ ਸਾਹਿਬ ਦੇ ਅੰਦਰ ਔਰ ਫਤਿਹਗੜ੍ਹ ਸਾਹਿਬ ਸਰਹੰਦ ਦੇ ਅੰਦਰ ਛੋਟੇ ਸਾਹਿਬਜ਼ਾਦਿਆਂ ਦੀ ਜੋ ਸ਼ਹਾਦਤ ਹੁੰਦੀ ਹੈ ਔਰ ਮੁਕਤਸਰ ਦੀ ਜੰਗ ਤੈ ਨਾਲ ਫਿਰ ਦਮਦਮਾ ਸਾਹਿਬ ਤਲਵੰਡੀ ਸਾਬੋ ਸਤਿਗੁਰੂ ਜੀ ਟਿਕਦੇ ਨੇ। ਇਹ ਦੂਸਰਾ ਪੜਾਅ ਮਹਾਰਾਜ ਦੀ ਜ਼ਿੰਦਗੀ ਦਾ ਲਗਭਗ ਇਹ ਆ ਜਾਂਦਾ ਹੈ। ਦਮਦਮਾ ਸਾਹਿਬ ਤੋਂ ਲੈ ਕੇ ਤੇ ਜਿਹੜਾ ਫਿਰ ਸਤਿਗੁਰੂ ਜੀ ਦਾ ਅੰਤਿਮ ਸਮਾਂ ਹੈ ਜੋ ਨਾਂਦੇੜ ਵਿਖੇ ਬੀਤਿਆ ਹੈ, ਉਸ ਨੂੰ ਅਸੀਂ ਰੱਖ ਸਕਦੇ ਹਾਂ। ਸੋ ਕੋਸ਼ਿਸ਼ ਇਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨਾਂ ਨੂੰ ਪੜਾਅ ਦਰ ਪੜਾਅ ਵਿਚਾਰਨ ਦੀ ਕੋਸ਼ਿਸ਼ ਕਰਨੀ ਹੈ। ਤੇ ਮੈਂ ਗੁਰੂ ਬਖਸ਼ਿਸ਼ ਦੇ ਨਾਲ ਇੱਥੋਂ ਗੱਲ ਸ਼ੁਰੂ ਕਰਾਂਗਾ ਕਿ ਇੱਕ ਅੰਗਰੇਜ਼ ਲਿਖਾਰੀ ਹੋਏ ਨੇ ਕਨਿੰਘਮ। ਉਹਨਾਂ ਨੇ ਇੱਕ ਗੱਲ ਨੂੰ ਬੋਲਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਨੂੰ ਜੇਕਰ ਸਮਝਣਾ ਹੋਵੇ ਤੇ ਕਹਿੰਦੇ ਸਾਨੂੰ ਇੱਕ ਨਾ ਤੇਜ਼ ਰਫ਼ਤਾਰ ਦੇ ਘੋੜੇ ਦੇ ਉੱਤੇ ਸਫ਼ਰ ਕਰਨਾ ਪੈਂਦਾ ਹੈ। ਉਹਦਾ ਕਾਰਨ ਇਹ ਹੈ ਵੀ ਕਹਿੰਦੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੁੱਲ ਜਿਹੜੀ ਉਮਰ ਹੈ ਉਹ ਸਾਰੀ 42 ਸਾਲ ਹੈ ਔਰ 42 ਸਾਲ ਦੀ ਉਮਰ ਦੇ ਵਿੱਚ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋ ਕਾਰਨਾਮੇ ਕਰ ਦਿੱਤੇ ਨੇ ਤੇ ਉਹਨਾਂ ਵੱਲ ਵੇਖ ਕੇ ਇੰਝ ਲੱਗਦਾ ਵੀ ਇਨਸਾਨੀ ਜਾਮੇ ਦੇ ਵਿੱਚ ਆ ਕੇ ਕੋਈ ਬੰਦਾ ਇੰਨੇ ਕੰਮ ਤੇ ਇੰਨੀ ਸਪੀਡ ਦੇ ਨਾਲ ਕੰਮ ਕਰ ਵੀ ਕਿੱਦਾਂ ਸਕਦਾ ਹੈ। ਜਿਹੜੀ ਉਮਰ ਦੇ ਵਿੱਚ ਬਹੁਤੇ ਪੈਗੰਬਰ ਜਾਂ ਇੱਦਾਂ ਕਹਿ ਲਈਏ ਬਹੁਤੇ ਮਹਾਂਪੁਰਸ਼ ਅਜੇ ਜ਼ਿੰਦਗੀ ਨੂੰ ਕਿਸੇ ਪਾਸੇ ਲਾਉਣ ਦੇ ਬਾਰੇ ਸੋਚ ਰਹੇ ਹੁੰਦੇ ਨੇ ਕਿ ਆਹ ਜ਼ਿੰਦਗੀ ਦੇ ਵਿੱਚ ਪੜਾਅ ਆਉਂਦਾ ਹੈ, ਆਹ ਜ਼ਿੰਦਗੀ ਦੇ ਵਿੱਚ ਮੋੜ ਆਉਂਦਾ ਹੈ ਕਿ ਉਸ ਮੋੜ ਤੋਂ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਮੁੜਦੀ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਸ ਉਮਰ ਦੇ ਵਿੱਚ ਪਹੁੰਚਦਿਆਂ ਨੂੰ ਜ਼ਿੰਦਗੀ ਦੇ ਕਈ ਕੰਮ ਕਰ ਚੁੱਕੇ ਹੁੰਦੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਖਸੀਅਤ ਨੂੰ ਸਮਝਣਾ ਇੱਦਾਂ ਦਾ ਹੈ ਵੀ ਕਿਤੇ ਕਿਤੇ ਤੇ ਉਹ ਇੱਦਾਂ ਦਾ ਬਾਦਸ਼ਾਹ ਲੱਗਦਾ ਹੈ ਵੀ ਸਾਰੇ ਹੀ ਰਾਜ ਵਾਲੇ ਸੁੱਖ ਉਹਦੇ ਕੋਲ ਨੇ। ਕਿਤੇ ਕਿਤੇ ਇੱਦਾਂ ਲੱਗਦਾ ਹੈ ਤੇ ਇੰਨੇ ਰਾਜ ਵਾਲੇ ਸੁੱਖ ਹੋਣ ਦੇ ਬਾਵਜੂਦ ਵੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਨੇ ਉਹ ਫਿਰ ਵੀ ਦਰਵੇਸ਼ ਵਾਲੀ ਜ਼ਿੰਦਗੀ ਜੀ ਲੈਂਦੇ ਨੇ। ਇਸੇ ਚੀਜ਼ ਨੂੰ ਭੱਟ ਕਲ ਸਹਾਰ ਨੇ ਗੁਰਬਾਣੀ ਦੇ ਵਿੱਚ ਬੋਲਿਆ ਸੀ, ਕਬ ਕਲ ਸੁਜਸ ਗਾਵੋਂ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ। ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਰਾਜ ਤੇ ਜੋਗ ਮਾਣਿਆ ਹੈ। ਰਾਜਿਆਂ ਦੇ ਵਿੱਚ ਵੀ ਭਾਵ ਕਿ ਗ੍ਰਸਤੀ ਜੀਵਨ ਵੀ ਬੜੇ ਕਮਾਲ ਦਾ ਤੇ ਰਾਜ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਮਹਾਰਾਜ ਜੀ ਦਾ ਜਿਹੜਾ ਜੋਗ ਹੈ ਭਾਵ ਕਿ ਮਾਲਕ ਦੇ ਨਾਲ ਜਿਹੜਾ ਮਿਲਾਪ ਹੈ ਉਹ ਬੜੇ ਕਮਾਲ ਦਾ ਹੈ। ਉਸੇ ਚੀਜ਼ ਨੂੰ ਭਾਈ ਨੰਦ ਲਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਾਰੇ ਕਹਿੰਦੇ ਨੇ ਕਿ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਵੀ ਉਹ ਬਾਦਸ਼ਾਹ ਵੀ ਹੈ। ਤੁਹਾਨੂੰ ਸਾਨੂੰ ਰਾਜ ਦੀਆਂ ਨਿਸ਼ਾਨੀਆਂ ਵੀ ਉਹਦੇ ਕੋਲ ਮਿਲ ਜਾਣਗੀਆਂ, ਪਰ ਇੰਨਾ ਕੁਝ ਹੋਣ ਦੇ ਬਾਵਜੂਦ ਉਹ ਦਰਵੇਸ਼ ਵੀ ਹੈ, ਉਹ ਸਾਧੂ ਵੀ ਹੈ। ਮੇਨ ਗੱਲ ਜਿਹੜੀ ਹੈ ਉਹ ਇੱਥੋਂ ਸਾਨੂੰ ਸਮਝ ਦੇ ਵਿੱਚ ਲੈਣੀ ਚਾਹੀਦੀ ਹੈ
ਵੀ ਸਤਿਗੁਰੂ ਜੀ ਦਾ ਜਿਹੜਾ ਜੀਵਨ ਹੈ ਉਹ ਅਕਾਲ ਪੁਰਖ ਵਾਹਿਗੁਰੂ ਦੇ ਸੇਵਕ ਦੇ ਰੂਪ ਦੇ ਵਿੱਚ ਹੈ। ਚਾਹੇ ਉਹ ਕਿਰਪਾਨ ਦੀ ਸੇਵਾ ਹੈ, ਚਾਹੇ ਉਹ ਕਲਮ ਦੀ ਸੇਵਾ ਹੈ, ਤੇ ਚਾਹੇ ਉਹ ਆਮ ਮਨੁੱਖਤਾ ਨੂੰ ਉੱਚਾ ਚੁੱਕਣ ਦੀ ਸੇਵਾ ਹੈ। ਸਤਿਗੁਰੂ ਜੀ ਨੇ ਇਹ ਚੀਜ਼ਾਂ ਸਾਡੀ ਝੋਲੀ ਦੇ ਵਿੱਚ ਪਾਈਆਂ ਨੇ। ਇਸ ਕਰਕੇ ਸਤਿਗੁਰੂ ਜੀ ਦਾ ਜਿਹੜਾ ਜਨਮ ਹੈ, ਆਪਾਂ ਸ਼ਾਇਦ ਪਹਿਲਾਂ ਵੀ ਇਸ ਗੱਲ ਨੂੰ ਵਿਚਾਰਿਆ ਸੀ, ਜਿਸ ਸੁਸਾਇਟੀ ਦੇ ਵਿੱਚ ਅਸੀਂ ਵੱਡੇ ਹੁੰਦੇ ਹਾਂ ਤੇ ਇਸ ਸੁਸਾਇਟੀ ਦੀ ਮੈਂਟੈਲਿਟੀ ਕਹਿ ਲਓ ਜਾਂ ਇਸ ਸੁਸਾਇਟੀ ਦਾ ਹਿਸਾਬ ਕਿਤਾਬ ਕਹਿ ਲਓ, ਜਦੋਂ ਕਿਸੇ ਦਾ ਆਨੰਦ ਕਾਰਜ ਹੋ ਗਿਆ ਹੋਵੇ ਤੇ ਕੁਝ ਸਮਾਂ ਉਹਨਾਂ ਦੇ ਘਰ ਦੇ ਵਿੱਚ ਔਲਾਦ ਨਾ ਹੋਵੇ, ਤੇ ਆਮ ਜਿਹੜੇ ਲੋਕ ਹੁੰਦੇ ਨੇ ਨਾ, ਕਈ ਤਰੀਕਿਆਂ ਦੇ ਨਾਲ ਸਵਾਲ ਪੁੱਛਣੇ ਸ਼ੁਰੂ ਕਰ ਦਿੰਦੇ ਨੇ। ਤੇ ਬਹੁਤੀ ਵਾਰ ਬੰਦਾ ਖੁਦ ਵੀ ਹੀਣ ਭਾਵਨਾ ਦੇ ਵਿੱਚ ਆ ਜਾਂਦਾ ਹੈ ਕਿ ਪਤਾ ਨਹੀਂ ਜ਼ਿੰਦਗੀ ਦੇ ਵਿੱਚ ਅਸੀਂ ਇਸ ਸੁੱਖ ਨੂੰ ਵੇਖਣਾ ਵੀ ਹੈ ਕਿ ਨਹੀਂ। 1621 ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ ਤੇ ਲਗਭਗ 1633 ਦੇ ਵਿੱਚ ਉਹਨਾਂ ਦਾ ਵਿਆਹ ਹੋ ਜਾਂਦਾ ਹੈ, ਲਗਭਗ 12-13 ਸਾਲ ਦੀ ਉਮਰ ਦੇ ਵਿੱਚ। ਉਸ ਵੇਲੇ ਇਹਨਾਂ ਉਮਰਾਂ ਦੇ ਵਿੱਚ ਵਿਆਹ ਆਮ ਹੋ ਜਾਂਦੇ ਸੀ। 1633 ਦੇ ਵਿੱਚ ਇਹਨਾਂ ਦਾ ਆਨੰਦ ਕਾਰਜ ਹੁੰਦਾ ਹੈ ਤੇ 1666 ਦੇ ਵਿੱਚ ਜਾ ਕੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਨਮ ਹੁੰਦਾ, ਲਗਭਗ ਵਿਆਹ ਤੋਂ 33 ਸਾਲ ਬਾਅਦ। ਕਦੀ ਇਸ ਚੀਜ਼ ਨੂੰ ਜਦੋਂ ਅਸੀਂ ਸੋਚ ਕੇ ਵੇਖੀਏ ਕਿ ਇਹਨਾਂ 33 ਸਾਲਾਂ ਦੇ ਵਿੱਚ ਮਾਤਾ ਗੁਜਰ ਕੌਰ ਨੇ ਜਿਹੜਾ ਜੀਵਨ ਬਤੀਤ ਕੀਤਾ ਹੈ, ਜੇ ਅਸੀਂ ਪਰਿਵਾਰਕ ਤੌਰ ਦੇ ਉੱਤੇ ਇਸ ਚੀਜ਼ ਨੂੰ ਸੋਚ ਕੇ ਵੇਖੀਏ ਤੇ ਅਸੀਂ ਜਦੋਂ ਇਸ ਸੁੱਖ ਨੂੰ ਨਹੀਂ ਨਾ ਮਾਣ ਰਹੇ ਹੁੰਦੇ ਤੇ ਉਦੋਂ ਸਾਨੂੰ ਇੱਕ ਇੱਕ ਦਿਨ ਵੀ ਕਈ ਸਾਲਾਂ ਵਰਗਾ ਲੱਗਦਾ, ਇੱਕ ਇੱਕ ਦਿਨ ਵੀ। ਤੇ ਪਰ ਮਹਾਰਾਜ ਜੀ ਦੇ ਇਸ ਜੀਵਨ ਨੂੰ ਵੇਖੋ ਵੀ 33 ਸਾਲਾਂ ਦੇ ਘਰ ਦੇ 33 ਸਾਲਾਂ ਬਾਅਦ ਘਰ ਦੇ ਵਿੱਚ ਬੱਚੇ ਦਾ ਜਨਮ ਹੋ ਰਿਹਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ 33 ਸਾਲ ਬਾਅਦ ਜਨਮ ਲੈਂਦੇ ਨੇ ਵਿਆਹ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਘਰ। ਪਰ ਵਾਕਿਆ ਹੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇੱਦਾਂ ਕਹਿ ਲਈਏ ਵੀ ਸੁਭਾਅ, ਤੇ ਇੱਦਾਂ ਕਹਿ ਲਈਏ ਕਿ ਖਲਕਤ ਦੀ ਦੁਨੀਆ ਦੀ ਸੇਵਾ ਕਰਨ ਦਾ ਜਿਹੜਾ ਉਹਨਾਂ ਦਾ ਸੁਭਾਅ ਹੈ, ਉਹਨੂੰ ਤੁਸੀਂ ਵੇਖੋਗੇ ਕਿ ਜਦੋਂ ਸਤਿਗੁਰੂ ਜੀ ਪੰਜਾਬ ਤੋਂ ਤੁਰ ਕੇ ਆਪਣੇ ਪਰਿਵਾਰ ਦੇ ਸਮੇਤ ਮਾਮਾ ਕਿਰਪਾਲ ਦਾਸ, ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਾਮਾ ਜੀ ਲੱਗਦੇ ਸੀ ਰਿਸ਼ਤੇਦਾਰੀ ਦੇ ਵਿੱਚ, ਭਾਈ ਮਤੀ ਦਾਸ ਵਰਗੇ, ਭਾਈ ਦਿਆਲਾ ਜੀ ਵਰਗੇ ਤੇ ਹੋਰ ਜਿਹੜੇ ਸਿੱਖ ਨੇ, ਇਹਨਾਂ ਸਿੱਖਾਂ ਦਾ ਜਥਾ ਜਿਹੜਾ ਹੈ ਨਾ ਉਹ ਅਸਾਮ ਦੇ ਵੱਲ ਜਾਂਦਾ ਹੈ। ਉਹਦਾ ਰੀਜ਼ਨ ਸਭ ਤੋਂ ਵੱਡਾ ਇਹ ਹੈ ਕਿ ਅਸਾਮ ਦੇ ਲੋਕਾਂ ਨੂੰ ਔਰੰਗਜ਼ੇਬ ਦੇ ਵੱਲੋਂ ਉਦੋਂ ਦਬਾਇਆ ਜਾ ਰਿਹਾ ਸੀ। ਉਧਰ ਲੋਕਾਂ ਦੇ ਵਿੱਚ ਨਿਰਭੈਤਾ ਪੈਦਾ ਕਰਨ ਦੇ ਲਈ ਮਹਾਰਾਜ ਦੀ ਬਾਣੀ ਦਾ ਬਚਨ ਹੈ, ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਉਹਨਾਂ ਲੋਕਾਂ ਨੂੰ ਨਿਰਭਉ ਬਣਾਉਣ ਦੇ ਲਈ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਪਣੇ ਪਰਿਵਾਰ ਸਮੇਤ ਜਾਂਦੇ ਨੇ। ਇਹ ਪਰਿਵਾਰ ਪਟਨੇ ਪਹੁੰਚਦਾ ਹੈ ਤੇ ਸਾਰਾ ਪਰਿਵਾਰ ਇੱਥੇ ਟਿਕ ਜਾਂਦਾ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕੁਝ ਸਿੱਖਾਂ ਦੇ ਨਾਲ ਅੱਗੇ ਨਿਕਲ ਜਾਂਦੇ ਨੇ। 22 ਦਸੰਬਰ ਤੇ 1666 ਉਸ ਵੇਲੇ ਦੀ ਜੋ ਅੰਗਰੇਜ਼ੀ ਤਰੀਕ ਬਣਦੀ ਹੈ, ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਪਟਨਾ ਸਾਹਿਬ ਵਿਖੇ ਹੁੰਦਾ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਉਸ ਵੇਲੇ ਢਾਕਾ ਦੇ ਵਿੱਚ ਨੇ, ਜਿਹੜਾ ਅੱਜ ਬੰਗਲਾਦੇਸ਼ ਦੇ ਵਿੱਚ ਹੈ। ਸਤਿਗੁਰੂ ਜੀ ਉਸ ਇਲਾਕੇ ਦੇ ਵਿੱਚ ਨੇ। ਹੁਣ ਉੱਥੋਂ ਮਹਾਰਾਜ ਨੂੰ ਸੁਨੇਹਾ ਮਿਲਦਾ ਹੈ, ਜੇ ਆਮ ਇੱਕ ਪਰਿਵਾਰ ਵਾਲੀ ਸੋਚ ਤੋਂ ਸੋਚ ਕੇ ਵੇਖੀਏ ਵੀ ਘਰ ਦੇ ਵਿੱਚ ਇੰਨੇ ਲੰਮੇ ਸਾਲਾਂ ਬਾਅਦ ਬੱਚੇ ਨੇ ਜਨਮ ਲੈਣਾ ਹੋਵੇ ਤੇ ਪਿਤਾ ਫਿਰ ਵੀ ਘਰ ਤੋਂ ਦੂਰ ਹੋਵੇ, ਕੋਈ ਮਜਬੂਰੀ ਥੋੜਾ ਸੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਵੀ ਨਹੀਂ ਤੁਸੀਂ ਹੁਣੇ ਹੀ ਜਾਣਾ ਹੈ, 2 ਮਹੀਨੇ ਰੁਕ ਕੇ 4 ਮਹੀਨੇ ਰੁਕ ਕੇ ਵੀ ਜਾ ਸਕਦੇ ਸੀ, ਪਰ ਮਹਾਰਾਜ ਫਿਰ ਵੀ ਗਏ ਨੇ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਨਾਮ ਰੱਖਦੇ ਨੇ। ਬਚਪਨ ਦਾ ਉਹਨਾਂ ਦਾ ਜਿਹੜਾ ਨਾਮ ਸਾਨੂੰ ਮਿਲਦਾ ਹੈ ਉਹ ਹੈ ਗੋਬਿੰਦ ਰਾਏ। 1699 ਦੀ ਵਿਸਾਖੀ ਆਉਂਦੀ ਹੈ ਤੇ ਨਾਮ ਬਣਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ। ਅਸੀਂ ਉੱਥੋਂ ਜਿਹੜਾ ਹੈ ਇਸ ਕਰਕੇ ਨਾਮ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਵਾਂਗੇ। 1666 ਦੇ ਵਿੱਚ ਇਹਨਾਂ ਦਾ ਪ੍ਰਕਾਸ਼ ਹੁੰਦਾ ਹੈ ਤੇ 1670 ਦੇ ਵਿੱਚ ਲਗਭਗ ਪਹਿਲੀ ਵਾਰ ਜਦੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਲਗਭਗ 4 ਸਾਲ ਦੇ ਹੋ ਜਾਂਦੇ ਨੇ, ਪਹਿਲੀ ਵਾਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਿਲਦੇ ਨੇ, ਵੇਖਦੇ ਨੇ ਪਹਿਲੀ ਵਾਰ 4 ਸਾਲ ਦੀ ਉਮਰ ਦੇ ਵਿੱਚ ਲਗਭਗ। ਔਰ ਸਾਨੂੰ ਵੀ ਇਸ ਗੱਲ ਦੇ ਬਾਰੇ ਪਤਾ ਹੋਵੇਗਾ ਵੀ ਸਾਡੇ ਨੇੜੇ ਜਿਹੜੇ 4 ਸਾਲ ਦੇ ਬੱਚੇ ਨੇ
ਉਹਨਾਂ ਦੀਆਂ ਖੇਡਾਂ, ਉਹਨਾਂ ਦੀ ਬੋਲੀ ਉਹ ਕਿਸ ਲੈਵਲ ਦੇ ਉੱਤੇ ਪਹੁੰਚ ਜਾਂਦੀ ਹੈ, ਵੀ ਕਿੱਦਾਂ ਦੀਆਂ ਗੱਲਾਂ ਕਰਦੇ ਨੇ, ਕੀ ਗੱਲਾਂ ਕਰਦੇ ਨੇ, ਕਿਹਨਾਂ ਦੇ ਨਾਲ ਖੇਡਦੇ ਨੇ। ਸਤਿਗੁਰੂ ਜੀ ਦੇ ਬਚਪਨ ਦੇ ਬਾਰੇ ਕੁਝ ਕੁ ਹਾਲ ਜਿਹੜੇ ਸਾਨੂੰ ਇਤਿਹਾਸ ਦੇ ਵਿੱਚੋਂ ਮਿਲਦੇ ਨੇ। ਉਹਨਾਂ ਦੇ ਵਿੱਚੋਂ ਇੱਕ ਤੇ ਇਹ ਹੈ ਕਿ ਮਹਾਰਾਜ ਜੀ ਨੇ, ਕਿਉਂਕਿ ਉਸ ਇਲਾਕੇ ਦੀ ਬੋਲੀ ਉਸ ਵੇਲੇ ਜਿਹੜੀ ਬਿਹਾਰ ਦੇ ਇਲਾਕੇ ਦੇ ਵਿੱਚ ਬੋਲੀ ਜਾਂਦੀ ਹੈ, ਮਹਾਰਾਜ ਨੇ ਉਹ ਬੋਲੀ ਸਿੱਖੀ ਹੈ। ਜਿੱਥੇ ਬੱਚੇ ਦਾ ਜਨਮ ਹੋਵੇਗਾ ਉਹ ਬੋਲੀ ਆਵੇਗੀ ਹੀ ਆਵੇਗੀ। ਘਰ ਦੇ ਵਿੱਚ ਪੰਜਾਬੀ ਬੋਲੀ ਬੋਲੀ ਜਾਂਦੀ ਹੈ ਉਸ ਵੇਲੇ, ਕਿਉਂਕਿ ਪਰਿਵਾਰ ਪੰਜਾਬ ਦੇ ਨਾਲ ਸੰਬੰਧ ਰੱਖਦਾ ਹੈ। ਇਸ ਕਰਕੇ ਬਚਪਨ ਦੇ ਵਿੱਚ ਹੀ ਇਹ ਦੋ ਭਾਸ਼ਾਵਾਂ ਜਿਹੜੀਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਿੱਖੀਆਂ ਨੇ, ਉਹਨਾਂ ਨੂੰ ਆਉਂਦੀਆਂ ਨੇ। ਅੱਗੇ ਅਸੀਂ ਪੜ੍ਹਾਈ ਦਾ ਵੱਖਰਾ ਜ਼ਿਕਰ ਕਰਾਂਗੇ। ਹੁਣ ਇੱਥੋਂ ਜਿਹੜੀ ਹੈ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲਗਭਗ 2.5, 3 ਸਾਲ 4 ਸਾਲ ਦੇ ਜਦੋਂ ਹੁੰਦੇ ਨੇ, ਤੇ ਜਿਹੜੇ ਪਟਨੇ ਦੇ ਵਿੱਚ ਰਹਿਣ ਵਾਲੇ ਲੋਕ ਨੇ, ਇੱਕ ਤੇ ਇਹਨਾਂ ਦੇ ਮਨ ਦੇ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਰਕੇ ਬੜਾ ਸਤਿਕਾਰ ਸੀ ਗੁਰੂ ਘਰ ਦਾ। ਔਰ ਉਹਦਾ ਕਾਰਨ ਸਭ ਤੋਂ ਵੱਡਾ ਇਹ ਹੈ ਵੀ ਮਹਾਰਾਜ ਜੀ ਨੇ ਆਪਣੇ ਪ੍ਰਚਾਰ ਦਾ ਕਾਫੀ ਸਮਾਂ ਜਦੋਂ ਉਧਰ ਬਤੀਤ ਕੀਤਾ ਹੈ ਨਾ, ਤੇ ਅਸਾਮ ਦੇ ਵਿੱਚ ਇੱਕ ਕਬੀਲਾ ਹੈ ਜਿਹਨੂੰ ਅਹੋਮੀ ਕਬੀਲਾ ਕਿਹਾ ਜਾਂਦਾ ਹੈ। ਹੁਣ ਇਹ ਜਿਹੜਾ ਅਹੋਮੀ ਕਬੀਲਾ ਹੈ, ਇਹਦੀ ਲਗਭਗ ਔਰੰਗਜ਼ੇਬ ਦੇ ਨਾਲ ਟੱਕਰ ਰਹੀ ਹੈ। ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਉਧਰਲੇ ਇਲਾਕੇ ਦੇ ਵਿੱਚ ਜਦੋਂ ਵਿਚਰਦੇ ਪਏ ਸੀ, ਤੇ ਰਾਜਾ ਰਾਮ ਸਿੰਘ ਜਿਹੜਾ ਹੈ ਉਹਨੂੰ ਔਰੰਗਜ਼ੇਬ ਨੇ ਭੇਜਿਆ ਹੋਇਆ ਸੀ ਵੀ ਤੂੰ ਇਹ ਜਿਹੜੇ ਅਹੋਮੀ ਨੇ ਇਹਨਾਂ ਨੂੰ ਦਬਾਉਣਾ ਹੈ, ਇਹਨਾਂ ਦੀ ਬਗਾਵਤ ਨੂੰ ਦਬਾਉਣਾ ਹੈ। ਲਗਭਗ 4 ਮਹੀਨੇ ਇਹਨਾਂ ਨੇ ਮੁਕਾਬਲਾ ਕੀਤਾ ਹੈ ਇੱਕ ਦੂਸਰੇ ਦਾ, ਪਰ ਕੋਈ ਰਿਜ਼ਲਟ ਨਹੀਂ ਨਿਕਲਿਆ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਵਿੱਚ ਪੈ ਕੇ ਤੇ ਇਹਨਾਂ ਦੀ ਸੁਲ੍ਹਾ ਕਰਾਈ ਸੀ। ਉਸ ਵੇਲੇ ਜਿਹੜਾ ਇਲਾਕਾ ਸੀ ਉਹ ਨਿਸ਼ਚਿਤ ਕਰ ਦਿੱਤਾ ਗਿਆ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਉਹ ਸੁਲ੍ਹਾ ਕਰਾਈ ਸੀ। ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸਤਿਕਾਰ ਬਹੁਤ ਸੀ, ਇੱਕ ਗੁਰੂ ਨਾਨਕ ਸਾਹਿਬ ਦੇ ਘਰ ਦੇ ਕਰਕੇ ਤੇ ਇੱਕ ਗੁਰੂ ਤੇਗ ਬਹਾਦਰ ਸਾਹਿਬ ਦੀ ਆਪਣੀ ਸ਼ਖਸੀਅਤ ਦੇ ਕਰਕੇ ਬੜਾ ਸਤਿਕਾਰ ਸੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ। ਹੁਣ ਇਹ ਪਰਿਵਾਰ ਜਿਹੜਾ ਹੈ ਉਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਹ ਪਰਿਵਾਰ ਹੈ, ਜਿਸ ਕਰਕੇ ਇਸ ਪਰਿਵਾਰ ਦਾ ਵੀ ਬੜਾ ਸਤਿਕਾਰ ਹੈ। ਉਹਦੇ ਵਿੱਚੋਂ 2-3 ਘਟਨਾਵਾਂ ਸਾਡੇ ਸਾਹਮਣੇ ਆਉਂਦੀਆਂ ਨੇ। ਇੱਕ ਘਟਨਾ ਦਾ ਜ਼ਿਕਰ ਆਉਂਦਾ ਹੈ ਪੰਡਿਤ ਸ਼ਿਵਦੱਤ ਦੇ ਬਾਰੇ, ਕਿਉਂਕਿ ਜਿਹੜਾ ਪਟਨਾ ਹੈ ਉਹ ਗੰਗਾ ਨਦੀ ਦੇ ਕੰਢੇ ਦੇ ਉੱਤੇ ਵਸਿਆ ਹੋਇਆ, ਤੇ ਬਹੁਤੇ ਲੋਕ ਜਿਹੜੇ ਸੀ ਉਹ ਆਪਣੇ ਪਾਠ ਪੂਜਾ ਕਰਨ ਦੇ ਲਈ ਨਦੀ ਦੇ ਉੱਤੋਂ ਇਸ਼ਨਾਨ ਕਰਨਾ ਤੇ ਨਦੀ ਦੇ ਕੰਢੇ ਦੇ ਉੱਤੇ ਹੀ ਸਾਧਨਾ ਕਰਨ ਦੇ ਲਈ ਬੈਠ ਜਾਣਾ। ਔਰ ਪੰਡਿਤ ਸ਼ਿਵਦੱਤ ਕਿਉਂਕਿ ਗੁਰੂ ਨਾਨਕ ਸਾਹਿਬ ਦੇ ਘਰ ਨੂੰ ਜਾਣਦਾ ਸੀ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਵੀ ਚੰਗੀ ਤਰ੍ਹਾਂ ਉਹ ਸਮਝਦਾ ਸੀ। ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਿਸ ਸਿੱਖਿਆ ਨੂੰ ਲੈ ਕੇ ਵੱਡੇ ਹੁੰਦੇ ਸੀ, ਪੰਡਿਤ ਦੇ ਮਨ ਦੇ ਵਿੱਚ ਇਸ ਗੱਲ ਦਾ ਬੜਾ ਪਿਆਰ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਬੜੇ ਪਿਆਰ ਵਾਲੇ ਬੱਚੇ ਨੇ। ਔਰ ਲਿਖਤਾਂ ਦਾ ਜ਼ਿਕਰ ਇੱਦਾਂ ਵੀ ਆਉਂਦਾ ਹੈ ਵੀ ਇਹ ਅਸਲ ਦੇ ਵਿੱਚ ਪਹਿਲਾਂ ਰਾਮਚੰਦਰ ਦਾ ਪੁਜਾਰੀ ਸੀ, ਪਰ ਬਾਅਦ ਦੇ ਵਿੱਚ ਇਹਦੀ ਸ਼ਖਸੀਅਤ, ਇਹਦੇ ਉੱਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਖਸੀਅਤ ਦਾ ਇੰਨਾ ਪ੍ਰਭਾਵ ਪਿਆ ਵੀ ਇਹਨੇ ਦੇਵ ਪੂਜਾ ਕਰਨੀ ਛੱਡ ਦਿੱਤੀ ਸੀ। ਇਹ ਕਿਸੇ ਹੋਰ ਪੂਜਾ ਦੇ ਵੱਲ ਨਹੀਂ ਸੀ ਜਾਂਦਾ। ਫਿਰ ਸਤਿਗੁਰੂ ਜੀ ਦਾ ਸਿੱਖ ਬਣਿਆ ਸੀ ਭਾਈ ਵੀਰ ਸਿੰਘ ਨੇ, ਤੇ ਅੱਗੇ ਵੀ ਬੜੇ ਕਮਾਲ ਦਾ ਜੀਵਨ ਇਹਨਾਂ ਦਾ ਬੋਲਿਆ ਹੋਇਆ ਹੈ। ਇਹਨਾਂ ਦੇ ਵਿੱਚ ਹੀ ਇੱਕ ਹੋਰ ਹੈ ਜਿਹਨੂੰ ਆਪਾਂ ਰਾਣੀ ਮੈਣੀ ਦਾ ਜ਼ਿਕਰ ਪੜ੍ਹਦੇ ਹਾਂ। ਉਹਦੇ ਵਿੱਚ ਕਿਉਂਕਿ ਬਹੁਤੇ ਉਸ ਵੇਲੇ ਇਹ ਨਹੀਂ ਕਿ ਸਾਰੇ ਰਾਜੇ ਹੀ ਹੁੰਦੇ ਨੇ। ਫਤਿਹ ਸ਼ਾਹ ਆਮ ਇੱਕ ਜ਼ਗੀਰਦਾਰ ਸੀ, ਥੋੜ੍ਹਾ ਬਹੁਤਾ ਲੋਕਾਂ ਦੇ ਵਿੱਚ ਉਹਦਾ ਰਸੂਖ ਸੀ। ਤੇ ਜਿਹੜੀ ਗੱਲ ਅਸੀਂ ਪਿੱਛੇ ਵਿਚਾਰ ਕੇ ਆਏ ਹਾਂ ਵੀ ਇਹਨਾਂ ਦੇ ਘਰ ਦੇ ਵਿੱਚ ਵੀ ਔਲਾਦ ਨਹੀਂ ਸੀ, ਤੇ ਹੁਣ ਘਰ ਦੇ ਵਿੱਚ ਜਾਇਦਾਦ ਵੀ ਹੋਵੇ, ਚੀਜ਼ਾਂ ਵੀ ਹੋਣ, ਸਾਰਾ ਕੁਝ ਹੋਵੇ, ਪਰ ਘਰ ਦੇ ਵਿੱਚ ਇਦਾਂ ਕਹਿ ਦਈਏ ਵੀ ਔਲਾਦ ਨਾ ਹੋਵੇ ਤੇ ਬੰਦੇ ਨੂੰ ਇੰਝ ਲੱਗਦਾ ਵੀ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਕੁਝ ਨਹੀਂ ਹੈ। ਇਹ ਇਦਾਂ ਦੀਆਂ ਹਾਲਤਾਂ ਨੇ ਜਿਨ੍ਹਾਂ ਨੇ ਮਹਿਸੂਸ ਕੀਤਾ ਹੈ ਇਹਨਾਂ ਚੀਜ਼ਾਂ ਨੂੰ। ਤੇ ਇਹਨੇ ਜਦੋਂ ਵੇਖਣਾ ਵੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਾਕੀ ਬੱਚਿਆਂ ਦੇ ਨਾਲ, ਮਿੱਤਰਾਂ ਦੇ ਨਾਲ ਮਿਲ ਕੇ ਖੇਡਦੇ ਨੇ, ਤੇ ਮਨ ਦੇ ਵਿੱਚ ਦੂਸਰਿਆਂ ਦੇ ਬੱਚਿਆਂ ਨੂੰ ਵੇਖ ਕੇ ਖਿੱਚ ਪੈਦਾ ਹੋ ਜਾਣੀ ਇਹ ਕੁਦਰਤੀ ਗੱਲ ਹੈ ਵੀ ਇਦਾਂ ਦਾ ਬੱਚਾ ਕਿਤੇ ਸਾਡੇ ਘਰ ਦੇ ਵਿੱਚ ਵੀ ਹੋ ਜਾਵੇ। ਉਹ ਕਹਿੰਦੇ ਨੇ ਵੀ ਇੱਕ ਦਿਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਖੇਡਦੇ ਖੇਡਦੇ ਆਪਣੇ ਸਾਥੀਆਂ ਦੇ ਨਾਲ ਉਹ ਰਾਣੀ ਮੈਣੀ ਦੇ ਘਰ ਦੇ ਵਿੱਚ ਚਲੇ ਗਏ। ਤੇ ਹੁਣ ਇਦਾਂ ਕਹਿ ਲਈਏ ਵੀ ਰਾਣੀ ਮੈਣੀ ਨੇ ਬੜਾ ਇਸ ਗੱਲ ਦਾ ਖਿਆਲ ਕੀਤਾ ਵੀ ਚਲੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਪੁੱਤਰ ਆਏ ਨੇ, ਲੋਕੀ ਸਤਿਕਾਰ ਬਹੁਤ ਕਰਦੇ ਸੀ ਸਤਿਗੁਰੂ ਜੀ ਦਾ, ਭਾਵੇਂ ਬਾਲਕ ਰੂਪ ਦੇ ਵਿੱਚ ਸੀ। ਤੇ ਉਹਨੇ ਸੋਚਿਆ ਆਪਣੀਆਂ ਨੌਕਰਾਣੀਆਂ ਨੂੰ ਬੁਲਾਇਆ ਵੀ ਸਪੈਸ਼ਲ ਕੁਝ ਪ੍ਰਸ਼ਾਦਾ ਤਿਆਰ ਕੀਤਾ ਜਾਵੇ, ਬੱਚੇ ਆਏ ਹੋਏ ਨੇ ਘਰ ਦੇ ਵਿੱਚ। ਤੇ ਮਹਾਰਾਜ ਜੀ ਨੇ ਇਹ ਗੱਲ ਕਹੀ ਵੀ ਕੁਝ ਵੱਖਰਾ, ਕੁਝ ਸਪੈਸ਼ਲ ਬਣਾਉਣ ਦੀ, ਖਾਸ ਬਣਾਉਣ ਦੀ ਲੋੜ ਨਹੀਂ।
ਜੋ ਘਰ ਦੇ ਵਿੱਚ ਇਸ ਵੇਲੇ ਤਿਆਰ ਹੈ ਤੁਸੀਂ ਉਹਨੂੰ ਹੀ ਜਿਹੜਾ ਹੈ ਸਾਨੂੰ ਛਕਾ ਸਕਦੇ ਹੋ। ਆ ਜਿਹੜੇ ਬੱਚੇ ਆਏ ਨੇ ਇਹਨਾਂ ਨੂੰ ਛਕਾ ਸਕਦੇ ਹੋ। ਹੁਣ ਮਹਾਰਾਜ ਜੀ ਨੇ ਉਸ ਵੇਲੇ ਉਹਨਾਂ ਦੇ ਘਰ ਦੇ ਵਿੱਚ ਕਹਿੰਦੇ ਕਿ ਪੂੜੀਆਂ ਛੋਲੇ ਦਾ ਜਿਹੜਾ ਪ੍ਰਸ਼ਾਦ ਸੀ ਉਹ ਤਿਆਰ ਸੀ। ਸਾਰਿਆਂ ਬੱਚਿਆਂ ਨੇ ਮਹਾਰਾਜ ਨੇ ਮਿਲ ਕੇ ਖਾਧਾ। ਫਿਰ ਤੇ ਕਹਿੰਦੇ ਇਹ ਲਗਾਤਾਰ ਹੀ ਮਤਲਬ ਕਈ ਦਿਨ ਇਦਾਂ ਦਾ ਹੀ ਇਹ ਵਿਧਾਨ ਲਗਾਤਾਰ ਚੱਲਣ ਲੱਗ ਪਿਆ ਵੀ ਬੱਚਿਆਂ ਨੇ ਆਉਣਾ, ਪ੍ਰਸ਼ਾਦਾ ਛਕਣਾ ਉਹਨਾਂ ਦੇ ਘਰ ਦੇ ਵਿੱਚੋਂ, ਤੇ ਇਦਾਂ ਖੇਡਦੇ ਅੱਗੇ ਨਿਕਲ ਜਾਣਾ। ਹੁਣ ਜਿਹੜੀ ਰਾਣੀ ਮੈਣੀ ਦੀ ਇੱਕ ਨੌਕਰਾਣੀ ਹੈ, ਉਹ ਇੱਕ ਦਿਨ ਸਤਿਗੁਰੂ ਜੀ ਕਿਤੇ ਬੈਠ ਕੇ ਬਚਪਨ ਦੇ ਵਿੱਚ ਉਹਨਾਂ ਦੇ ਘਰ ਦੇ ਵਿੱਚ ਆਪਣੇ ਬਾਕੀ ਮਿੱਤਰਾਂ ਦੇ ਨਾਲ ਪ੍ਰਸ਼ਾਦਾ ਛਕਦੇ ਪਏ ਸੀ, ਤੇ ਲਗਭਗ ਇਹ 4 ਸਾਲ ਦੀ ਉਮਰ ਦੀ ਗੱਲ ਹੈ ਵੀ ਗੁਰੂ ਸਾਹਿਬ ਨੂੰ ਘਰ ਦੇ ਵਿੱਚੋਂ ਕਿੱਦਾਂ ਦੀ ਸਿੱਖਿਆ ਮਿਲੀ ਹੋਵੇਗੀ। ਤੁਸੀਂ ਇਸ ਚੀਜ਼ ਨੂੰ ਸੋਚ ਕੇ ਵੇਖਣਾ ਕਿ ਹੁਣ ਉਹ ਰਾਣੀ ਨੇ ਇੱਕ ਗੱਲ, ਉਹਦੀ ਰਾਣੀ ਦੀ ਜਿਹੜੀ ਨੌਕਰਾਣੀ ਹੈ ਉਹਨੇ ਇੱਕ ਗੱਲ ਬੋਲੀ ਹੈ ਵੀ ਤੁਹਾਡਾ ਜਿਹੜਾ ਘਰ ਹੈ ਇਹ ਲੋਕਾਂ ਦੀਆਂ ਇੱਛਾਵਾਂ ਪੂਰੀਆਂ ਕਰਦਾ ਹੈ, ਹਰ ਇੱਕ ਜਾਣੇ ਦੀ ਮੰਗ ਪੂਰੀ ਹੋ ਜਾਂਦੀ ਹੈ, ਤੇ ਰਾਣੀ ਦੀ ਇੱਛਾ ਵੀ ਇਹੋ ਹੀ ਹੈ ਵੀ ਇਹਦੇ ਘਰ ਦੇ ਵਿੱਚ ਕੋਈ ਔਲਾਦ ਹੋਵੇ, ਇਹਦੇ ਘਰ ਦੇ ਵਿੱਚ ਬੱਚਾ ਹੋਵੇ ਤਾਂ ਤੁਸੀਂ ਇੱਛਾ ਪੂਰੀ ਕਰ ਦਿਓ ਇਹਦੀ। ਉਹਨੇ ਤੇ ਆਪਣੇ ਤਰੀਕੇ ਦੇ ਨਾਲ ਪੁੱਛਿਆ ਸੀ, ਤੇ ਸਤਿਗੁਰੂ ਕਹਿੰਦੇ ਨੇ ਅੱਗੋਂ ਮਹਾਰਾਜ ਜੀ ਦਾ ਜਿਹੜਾ ਜਵਾਬ ਸੀ ਉਹ ਇਹ ਸੀ ਵੀ ਰਾਣੀ ਸਾਨੂੰ ਕਿਉਂ ਨਹੀਂ ਆਪਣਾ ਪੁੱਤਰ ਬਣਾ ਲੈਂਦੀ, ਮਤਲਬ ਅਸੀਂ ਵੀ ਤਾਂ ਉਹਦੇ ਪੁੱਤਰ ਹਾਂ। ਹੁਣ ਇਸ ਚੀਜ਼ ਨੂੰ ਸੋਚ ਕੇ ਵੇਖਿਓ, ਕਦੀ ਅਸੀਂ ਇਦਾਂ ਕਰਦੇ ਹਾਂ ਵੀ ਸਾਡਾ ਬੱਚਾ ਕਿਸੇ ਦੇ ਲਾਗੇ ਜਾ ਕੇ ਵੀ ਖੇਡਣ ਲੱਗ ਪਵੇ ਨਾ, ਅਸੀਂ ਪਰੇ ਖਿੱਚ ਲੈਂਦੇ ਹਾਂ ਵੀ ਤੂੰ ਇਹਨਾਂ ਦੇ ਲਾਗੇ ਨਹੀਂ ਖੇਡਣਾ। ਤੇ ਮਹਾਰਾਜ ਜੀ ਨੇ ਕੀ ਕੀਤਾ ਹੈ ਵੀ ਸਾਰੇ ਸਾਡੇ ਮਾਤਾ ਪਿਤਾ ਦੇ ਸਮਾਨ ਨੇ, ਰਾਣੀ ਸਾਡੀ ਮਾਂ ਦੇ ਵਾਂਗ ਹੈ। ਇਹ ਇਸ ਕਰਕੇ ਗੱਲਾਂ ਸਮਝਣ ਦੀ ਲੋੜ ਹੈ ਵੀ ਘਰਾਂ ਦੇ ਵਿੱਚ ਬੱਚਿਆਂ ਨੂੰ ਕਿੱਦਾਂ ਦੀ ਸਿੱਖਿਆ ਦਿੱਤੀ ਜਾਂਦੀ ਹੈ ਵੀ ਕਿਸੇ ਦੇ ਲਾਗੇ ਬੈਠਣਾ ਹੈ ਜਾਂ ਕਿਸੇ ਦੇ ਲਾਗੇ ਬੈਠਣਾ ਹੀ ਨਹੀਂ ਹੈ। ਜਿਹੜਾ ਹੁਣ ਨਹੀਂ ਕਿਸੇ ਦੇ ਲਾਗੇ ਬੈਠਦਾ ਉਹ ਅੱਗੇ ਜਾ ਕੇ ਇੰਨੇ ਦਰਵਾਜ਼ੇ ਤੰਗ ਕਰ ਲਵੇਗਾ ਵੀ ਬਾਅਦ ਦੇ ਵਿੱਚ ਉਹਨੂੰ ਲੋਕਾਂ ਦੀਆਂ ਮੁਸ਼ਕਲਾਂ ਲੱਗਣਗੀਆਂ ਹੀ ਨਹੀਂ, ਉਹਨੂੰ ਇੰਝ ਲੱਗੇਗਾ ਕਿ ਮੈਨੂੰ ਲੋਕਾਂ ਦੇ ਨਾਲ ਕੀ ਲੱਗੇ। ਜਿੰਨਾ ਜਿਹੜਾ ਬੰਦਾ ਲੋਕਾਂ ਦੇ ਵਿੱਚ ਵਿਚਰਦਾ ਹੈ ਉਹਨੂੰ ਓਨਾ ਹੀ ਲੋਕਾਂ ਦਾ ਦਰਦ ਵੀ ਜ਼ਿਆਦਾ ਹੋਵੇਗਾ। ਜਿੰਨਾ ਬੱਚਾ ਪੈਦਾ ਹੋਣ ਤੋਂ ਬਾਅਦ ਅਸੀਂ ਤੰਗ ਕਰਕੇ ਰੱਖ ਛੱਡਿਆ ਵੀ ਆਪਣਾ ਦਾਇਰਾ ਉਹਦਾ ਇਦਾਂ ਦਾ ਬਣਾ ਦਿੱਤਾ ਹੈ ਵੀ ਘਰ, ਸਕੂਲ, ਫਿਰ ਟਿਊਸ਼ਨ, ਤੇ ਬਸ ਇੱਥੋਂ ਵੱਡਾ ਉਹਦਾ ਕੋਈ ਦਾਇਰਾ ਹੀ ਨਹੀਂ। ਉਹਨੂੰ ਬੰਦੇ ਨੂੰ ਬਹੁਤੀ ਵਾਰ ਦੁਨੀਆ ਦੇ ਦੁੱਖ ਵੀ ਪਤਾ ਨਹੀਂ ਲੱਗਣਗੇ ਵੀ ਕੀ ਦੁੱਖ ਚੱਲਦੇ ਪਏ ਨੇ। ਇਸ ਕਰਕੇ ਜਿੰਨਾ ਦਾਇਰਾ ਵੱਡਾ ਕਰ ਦਿੱਤਾ ਜਾਵੇ। ਸਤਿਗੁਰੂ ਕਹਿੰਦੇ ਨੇ ਵੀ ਰਾਣੀ ਸਾਨੂੰ ਆਪਣਾ ਪੁੱਤਰ ਬਣਾ ਲਵੇ। ਹੁਣ ਇੱਥੋਂ 4 ਸਾਲ ਦਾ ਸਮਾਂ ਆਉਂਦਾ ਹੈ, ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਇੱਕ ਵਾਰ ਰੁਕਦੇ ਨੇ, ਸਤਿਗੁਰੂ ਜੀ ਇਸ ਪਰਿਵਾਰ ਨੂੰ ਮਿਲਦੇ ਨੇ, ਤੇ ਆਪ ਮਹਾਰਾਜ ਫਿਰ ਜਿਹੜੇ ਨੇ ਉਹ ਅਨੰਦਪੁਰ ਵੱਲ ਨੂੰ ਤੁਰ ਪੈਂਦੇ ਨੇ। ਉਹਦਾ ਕਾਰਨ ਇਹ ਹੈ ਵੀ ਅਨੰਦਪੁਰ ਜਿਹੜਾ ਹੈ ਉਹ ਔਰੰਗਜ਼ੇਬ ਨੇ ਹੁਣ ਪੰਜਾਬ ਨੂੰ ਸੈਂਟਰ ਬਣਾ ਲਿਆ ਸੀ, ਜਿਹੜਾ ਜ਼ੁਲਮ ਕਰਨ ਦਾ ਲੋਕਾਂ ਦੇ ਉੱਤੇ। ਹੁਣ ਜਿਸ ਵੇਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਤੇ ਉਸ ਵੇਲੇ ਭਾਈ ਮਤੀ ਦਾਸ ਵਰਗਿਆਂ ਨੂੰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਇਹ ਹਦਾਇਤ ਕਰ ਗਏ ਨੇ ਵੀ ਭਾਈ ਜਦੋਂ ਅਸੀਂ ਪੰਜਾਬ ਪਹੁੰਚ ਜਾਵਾਂਗੇ ਉਸ ਵੇਲੇ ਤੁਸੀਂ ਪਰਿਵਾਰ ਨੂੰ ਨਾਲ ਲੈ ਕੇ ਆਉਣਾ ਹੈ। ਲਗਭਗ 4-4.5 ਸਾਲ ਦੀ ਉਮਰ ਦੇ ਵਿੱਚ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਇਹਨਾਂ ਦਾ ਪਰਿਵਾਰ, ਮਾਤਾ ਗੁਜਰੀ ਜੀ ਤੇ ਨਾਲ ਮਾਮਾ ਕਿਰਪਾਲ ਚੰਦ ਜਿਹੜੇ ਨੇ ਉਹ ਨਾਲ ਤੁਰਦੇ ਨੇ, ਨਾਲ ਕੁਝ ਹੋਰ ਸਿੱਖ ਤੁਰਦੇ ਨੇ, ਤੇ ਇਹ ਬਿਹਾਰ ਤੋਂ ਪਹਿਲੀ ਵਾਰ ਜਿਹੜਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੰਜਾਬ ਵੱਲ ਨੂੰ ਆਉਣਾ ਹੈ। ਮਹਾਰਾਜ ਜੀ ਦਾ ਜਨਮ ਪਟਨੇ ਵਿੱਚ ਹੋਇਆ ਸੀ, ਪੜ੍ਹਦੇ ਹਾਂ, ਪਰ ਇਹਨਾਂ ਨੇ ਹੁਣ ਪੰਜਾਬ ਵੱਲ ਨੂੰ ਆਉਣਾ ਹੈ। ਸਭ ਤੋਂ ਪਹਿਲਾਂ ਜਿਹੜਾ ਇਹਨਾਂ ਦਾ ਪੜਾਅ ਆਉਂਦਾ ਹੈ ਉਹਦਾ ਜ਼ਿਕਰ ਨੇੜੇ ਹੀ ਲਗਭਗ 20 ਕਿਲੋਮੀਟਰ ਦੇ ਅਸਥਾਨ ਦੇ ਉੱਤੇ ਪਟਨੇ ਤੋਂ ਕਹਿੰਦੇ ਨੇ ਕਿ ਜਿਹੜੀ ਇਹ ਸੰਗਤ ਆਈ ਸੀ ਨਾਲ, ਇਸ ਥਾਂ ਦੇ ਉੱਤੇ ਜਦੋਂ ਸੰਗਤ ਨੇ ਪੜਾਅ ਕੀਤਾ ਤੇ ਇੱਕ ਮਾਈ ਬਜ਼ੁਰਗ ਸੀ, ਉਹਨੇ ਸਤਿਗੁਰੂ ਜੀ ਨੂੰ ਬੜੇ ਪਿਆਰ ਦੇ ਨਾਲ, ਇੱਦਾਂ ਕਹਿ ਦਈਏ ਵੀ ਇੱਕ ਲੱਕੜ ਦੀ ਜਿਹੜੀ ਹਾਂਡੀ ਸੀ ਨਾ ਉਹਦੇ ਵਿੱਚ, ਜਾਂ ਮਿੱਟੀ ਦੀ ਹਾਂਡੀ ਹੋਵੇਗੀ, ਛੋਟੀ ਕਟੋਰੀ ਵਰਗੀ ਹੁੰਦੀ ਹੈ ਜਿਹਦੇ ਉੱਤੇ ਪ੍ਰਸ਼ਾਦਾ ਤਿਆਰ ਹੁੰਦਾ ਸੀ ਉਸ ਵੇਲੇ, ਉਹ ਕੀ ਹੈ ਕਿ ਉਹਦੇ ਵਿੱਚ ਉਹਨੂੰ ਖਿਚੜੀ ਬਣਾ ਕੇ ਖਵਾਈ ਸੀ ਸਤਿਗੁਰੂ ਜੀ ਨੂੰ। ਤੇ ਉਸ ਸੰਗਤ ਨੇ ਉੱਥੇ ਜਿਹੜਾ ਪ੍ਰਸ਼ਾਦਾ ਛਕਿਆ ਹੈ, ਸਤਿਗੁਰੂ ਨੇ ਪ੍ਰਸ਼ਾਦਾ ਛਕਿਆ ਹੈ, ਉਹਦੀ ਯਾਦ ਦੇ ਵਿੱਚ ਉਸ ਗੁਰਦੁਆਰੇ ਨੂੰ ਹਾਂਡੀ ਦੀ ਸੰਗਤ ਕਿਹਾ ਜਾਂਦਾ ਸੀ। ਵੈਸੇ ਵੀ ਜਦੋਂ ਅਸੀਂ ਉੱਧਰ ਚਲੇ ਜਾਈਏ ਨਾ, ਤਾਂ ਜਿੱਦਾਂ ਇੱਧਰ ਗੁਰਦੁਆਰਾ ਕਹਿੰਦੇ ਨੇ, ਉੱਧਰ ਗੁਰਦੁਆਰਾ ਨਹੀਂ ਕਹਿੰਦੇ, ਇੱਧਰ ਸੰਗਤ ਕਹਿੰਦੇ ਨੇ ਵੀ ਆਹ ਫਲਾਣੀ ਸੰਗਤ ਹੈ, ਆਹ ਦੂਸਰੀ ਸੰਗਤ ਹੈ। ਉੱਥੇ ਗੁਰਦੁਆਰਿਆਂ ਨੂੰ ਜ਼ਿਆਦਾ ਸੰਗਤ ਕਹਿੰਦੇ ਨੇ। ਇਹ ਬੋਲੀਆਂ ਦਾ ਆਪਣਾ ਆਪਣਾ ਹਿਸਾਬ ਕਿਤਾਬ ਹੈ। ਹਾਂਡੀ ਦੀ ਸੰਗਤ। ਮਹਾਰਾਜ ਜੀ ਇੱਥੋਂ ਅੱਗੇ ਜਾਂਦੇ ਨੇ, ਜਿਹੜੇ ਮੇਨ ਸ਼ਹਿਰ ਨੇ ਅਸੀਂ ਉਹਨਾਂ ਦਾ ਜ਼ਿਕਰ ਕਰਦੇ ਹਾਂ, ਤੇ ਸਤਿਗੁਰੂ ਜੀ ਦਾ ਇੱਕ ਪੜਾਅ ਹੁੰਦਾ ਹੈ ਬਨਾਰਸ ਦੇ ਵਿੱਚ। ਬਨਾਰਸ ਹਿੰਦੂ ਧਰਮ ਦੇ ਵਿੱਚ ਬੜੀ ਪਵਿੱਤਰ ਜਗ੍ਹਾ ਮੰਨੀ ਜਾਂਦੀ ਹੈ। ਇਹਦਾ ਕਾਰਨ ਇਹ ਹੈ ਕਿ ਬਹੁਤੇ ਲੋਕ ਉਸ ਵੇਲੇ ਉਹਨਾਂ ਥਾਵਾਂ ਦੇ ਉੱਤੇ ਵਿਚਰਦੇ ਹੁੰਦੇ ਸੀ। ਮੇਨ ਸ਼ਹਿਰ ਉਹੀ ਹੁੰਦੇ ਸੀ ਜਿਨ੍ਹਾਂ ਥਾਵਾਂ ਦੇ ਉੱਤੇ ਸਟੇ ਕੀਤਾ ਜਾਂਦਾ ਸੀ। ਅੱਜ ਵਾਲਾ ਸਿਸਟਮ ਤੇ ਹੈ ਨਹੀਂ
ਵੀ ਹੋਟਲ ਇੰਨੇ ਨੇ ਜਾਂ ਟ੍ਰੇਨ ਇੰਨੀ ਆ ਵੀ ਬਸ ਜਿੱਥੇ ਜੀ ਕੀਤਾ ਉੱਥੇ ਰਾਤ ਕੱਟ ਲਈ। ਉਦੋਂ ਤੇ ਦੂਰੀ ਦੂਰੀ ਦੇ ਉੱਤੇ ਸ਼ਹਿਰ ਵਸੇ ਪਏ ਨੇ, ਇਸ ਕਰਕੇ ਇਹਨਾਂ ਸ਼ਹਿਰਾਂ ਦੇ ਉੱਤੇ ਪੜਾਅ ਕੀਤਾ ਜਾਂਦਾ ਹੁੰਦਾ ਸੀ। ਹੁਣ ਸਤਿਗੁਰੂ ਜੀ ਬਨਾਰਸ ਪਹੁੰਚਦੇ ਨੇ ਤੇ ਬਨਾਰਸ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵੀ ਗਏ ਸੀ, ਉਹਨਾਂ ਦਾ ਵੀ ਗੁਰਦੁਆਰਾ ਉੱਥੇ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਵੀ ਗਏ ਸੀ। ਭਾਈ ਗੁਰਦਾਸ ਸਾਹਿਬ ਨੇ ਕਈ ਸਾਲ ਪ੍ਰਚਾਰ ਜਿਹੜਾ ਹੈ ਉਹ ਬਨਾਰਸ ਦੇ ਵਿੱਚ ਰਹਿ ਕੇ ਕੀਤਾ ਹੈ। ਉੱਥੇ ਕਾਫੀ ਗਿਣਤੀ ਦੇ ਵਿੱਚ ਸਿੱਖ ਸੰਗਤ ਸੀ। ਮਹਾਰਾਜ ਜੀ ਉੱਥੇ ਜਾਂਦੇ ਨੇ, ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆ ਰਹੇ ਨੇ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸਪੁੱਤਰ ਆ ਰਹੇ ਨੇ, ਸਾਰੀ ਸੰਗਤ ਜਿਹੜੀ ਹੈ ਉਹ ਦਰਸ਼ਨ ਕਰਨ ਦੇ ਲਈ ਪਹੁੰਚਦੀ ਹੈ। ਸਵੇਰ ਵੇਲੇ ਇਦਾਂ ਕਹਿ ਲਈਏ ਵੀ ਸਤਿਗੁਰੂ ਜੀ ਪਹੁੰਚਦੇ ਨੇ, ਸ਼ਾਮਾਂ ਤੱਕ ਸਾਰੀ ਸੰਗਤ ਇੱਕ ਦੂਸਰੇ ਦੇ ਲਈ ਪ੍ਰਬੰਧ ਕਰਦੀ ਹੈ। ਤੇ ਅਗਲੇ ਦਿਨ ਜਿਹੜਾ ਸਵੇਰ ਦਾ ਵੇਲਾ ਆਉਂਦਾ ਹੈ, ਭਾਈ ਵੀਰ ਸਿੰਘ ਕਹਿੰਦੇ ਨੇ ਵੀ ਬਨਾਰਸ ਦੇ ਕੁੱਲ ਜਿਹੜੇ ਪੰਡਿਤ ਨੇ ਨਾ, ਉਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਆਉਂਦੇ ਨੇ ਤੇ ਆ ਕੇ ਮਹਾਰਾਜ ਨੂੰ ਕਹਿੰਦੇ ਨੇ ਵੀ ਭਾਈ ਮਹਾਰਾਜ ਜੀ ਵੀ ਤੁਸੀਂ ਇਹ ਦੱਸੋ ਵੀ ਜਿਹੜੀ ਦਕਸ਼ਨਾ ਲੈਣੀ ਹੈ, ਕਿਉਂਕਿ ਹੁਣ ਜਦੋਂ ਸੰਗਤ ਆਉਂਦੀ ਹੈ ਤੁਹਾਨੂੰ ਵੀ ਪਤਾ ਵੀ ਮੱਥਾ ਟੇਕਦੇ ਆ ਤੇ ਕੁਝ ਜਿਹੜੀ ਸੰਗਤ ਦੀ ਭੇਟਾ ਹੁੰਦੀ ਆ ਆਪਾਂ ਗੋਲਕ ਦੇ ਵਿੱਚ ਪਾ ਦਿੰਦੇ ਹਾਂ। ਇੱਦਾਂ ਸਤਿਗੁਰੂ ਦੇ ਵੇਲੇ ਤੋਂ ਵੀ ਵਿਧਾਨ ਚੱਲਦਾ ਹੁੰਦਾ ਸੀ ਵੀ ਸੰਗਤ ਦੇ ਕੋਲ ਜੋ ਕੁਝ ਹੈ ਆਪਣੀ ਇੱਛਾ ਦੇ ਅਨੁਸਾਰ ਸੰਗਤ ਜਿਹੜੀ ਹੈ ਉਹ ਮੱਥਾ ਟੇਕ ਸਕਦੀ ਹੈ। ਸਿਰਫ ਮੱਥਾ ਪੈਸੇ ਦਾ ਹੀ ਨਹੀਂ, ਕਿਸੇ ਹੋਰ ਚੀਜ਼ ਦੀ ਲੋੜ ਹੈ, ਉਸ ਵੇਲੇ ਕਰੰਸੀ ਜਿਹੜੀ ਸੀ ਉਹ ਜ਼ਿਆਦਾ ਨਾ ਵੀ ਅਵੇਲੇਬਲ ਹੋਵੇ ਤਾਂ ਜਿੱਥੇ ਸੰਗਤ ਨੇ ਪ੍ਰਸ਼ਾਦਾ ਛਕਣਾ ਹੈ, ਜੋ ਘਰ ਦੇ ਵਿੱਚ ਆਟਾ ਹੋਣਾ, ਚੀਜ਼ ਹੋਣੀ, ਉਹ ਘਰ ਦੇ ਵਿੱਚ ਲੈ ਕੇ ਆਉਣੀ। ਜਿੱਦਾਂ ਹੁਣ ਵੀ ਤੁਸੀਂ ਕਈਆਂ ਥਾਵਾਂ ਦੇ ਉੱਤੇ ਵੇਖੋਗੇ ਨਾ, ਜਿੱਦਾਂ ਅਸੀਂ ਜੇ ਪਿੰਡਾਂ ਦੀ ਜ਼ਿਆਦਾ ਗੱਲ ਕਰੀਏ ਤੇ ਬਹੁਤੇ ਲੋਕ ਪੈਸੇ ਦਾ ਮੱਥਾ ਨਹੀਂ ਟੇਕਦੇ। ਉਹ ਕੀ ਕਰਦੇ ਨੇ, ਕਣਕ ਲੈ ਕੇ ਆ ਜਾਣਗੇ, ਆਟਾ ਲੈ ਕੇ ਆ ਜਾਣਗੇ। ਕਾਰਨ ਉਹਦਾ ਕੀ ਹੁੰਦਾ ਵੀ ਕੁਝ ਨਾ ਕੁਝ ਅਰਪਣ ਕਰਨਾ ਹੈ ਤਾਂ ਕਿ ਸੰਗਤ ਦੇ ਉੱਤੇ ਵਰਤਿਆ ਜਾ ਸਕੇ। ਹੁਣ ਜਦੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੰਡਿਤ ਤੇ ਸਵਾਲ ਕਰਦੇ ਨੇ, ਭਾਈ ਵੀਰ ਸਿੰਘ ਲਿਖਦੇ ਨੇ ਵੀ ਉਹ ਕਹਿੰਦੇ ਨੇ ਵੀ ਦਕਸ਼ਨਾ ਲੈਣ ਦਾ ਜਿਹੜੀ ਆਪਾਂ ਗੋਲਕ ਦੇ ਵਿੱਚ ਪਾ ਦਿੰਦੇ ਹਾਂ। ਇੱਦਾਂ ਸਤਿਗੁਰੂ ਦੇ ਵੇਲੇ ਤੋਂ ਵੀ ਵਿਧਾਨ ਚੱਲਦਾ ਹੁੰਦਾ ਸੀ ਵੀ ਸੰਗਤ ਦੇ ਕੋਲ ਜੋ ਕੁਝ ਹੈ ਆਪਣੀ ਇੱਛਾ ਦੇ ਅਨੁਸਾਰ ਸੰਗਤ ਜਿਹੜੀ ਹੈ ਉਹ ਮੱਥਾ ਟੇਕ ਸਕਦੀ ਹੈ। ਸਿਰਫ ਮੱਥਾ ਪੈਸੇ ਦਾ ਹੀ ਨਹੀਂ, ਕਿਸੇ ਹੋਰ ਚੀਜ਼ ਦੀ ਲੋੜ ਹੈ, ਉਸ ਵੇਲੇ ਕਰੰਸੀ ਜਿਹੜੀ ਸੀ ਉਹ ਜ਼ਿਆਦਾ ਨਾ ਵੀ ਅਵੇਲੇਬਲ ਹੋਵੇ ਤਾਂ ਜਿੱਥੇ ਸੰਗਤ ਨੇ ਪ੍ਰਸ਼ਾਦਾ ਛਕਣਾ ਹੈ, ਜੋ ਘਰ ਦੇ ਵਿੱਚ ਆਟਾ ਹੋਣਾ, ਚੀਜ਼ ਹੋਣੀ, ਉਹ ਘਰ ਦੇ ਵਿੱਚ ਲੈ ਕੇ ਆਉਣੀ। ਜਿੱਦਾਂ ਹੁਣ ਵੀ ਤੁਸੀਂ ਕਈਆਂ ਥਾਵਾਂ ਦੇ ਉੱਤੇ ਵੇਖੋਗੇ ਨਾ, ਜਿੱਦਾਂ ਅਸੀਂ ਜੇ ਪਿੰਡਾਂ ਦੀ ਜ਼ਿਆਦਾ ਗੱਲ ਕਰੀਏ ਤੇ ਬਹੁਤੇ ਲੋਕ ਪੈਸੇ ਦਾ ਮੱਥਾ ਨਹੀਂ ਟੇਕਦੇ। ਉਹ ਕੀ ਕਰਦੇ ਨੇ, ਕਣਕ ਲੈ ਕੇ ਆ ਜਾਣਗੇ, ਆਟਾ ਲੈ ਕੇ ਆ ਜਾਣਗੇ। ਕਾਰਨ ਉਹਦਾ ਕੀ ਹੁੰਦਾ ਵੀ ਕੁਝ ਨਾ ਕੁਝ ਅਰਪਣ ਕਰਨਾ ਹੈ ਤਾਂ ਕਿ ਸੰਗਤ ਦੇ ਉੱਤੇ ਵਰਤਿਆ ਜਾ ਸਕੇ। ਹੁਣ ਜਦੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੰਡਿਤ ਤੇ ਸਵਾਲ ਕਰਦੇ ਨੇ, ਭਾਈ ਵੀਰ ਸਿੰਘ ਲਿਖਦੇ ਨੇ ਵੀ ਉਹ ਕਹਿੰਦੇ ਨੇ ਵੀ ਦਕਸ਼ਨਾ ਲੈਣ ਦਾ ਜਿਹੜਾ ਅਧਿਕਾਰੀ ਹੈ ਨਾ, ਉਹ ਤੇ ਕੇਵਲ ਬ੍ਰਾਹਮਣ ਹੈ, ਕਿਉਂਕਿ ਬ੍ਰਾਹਮਣ ਦਕਸ਼ਨਾ ਲੈਂਦਾ ਹੈ। ਤਾਂ ਕਹਿੰਦੇ ਵੀ ਤੁਸੀਂ ਦਕਸ਼ਨਾ ਕਿਉਂ ਲੈਂਦੇ ਜੋ, ਤੁਸੀਂ ਤੇ ਖੱਤਰੀ ਪਰਿਵਾਰਾਂ ਦੇ ਨਾਲ ਸੰਬੰਧ ਰੱਖਦੇ ਜੇ। ਹਾਲਾਂਕਿ ਸਤਿਗੁਰੂ ਇਹਨਾਂ ਚੀਜ਼ਾਂ ਨੂੰ ਕੁਝ ਵੀ ਨਹੀਂ ਮੰਨਦੇ ਵੀ ਕੌਣ ਬ੍ਰਾਹਮਣ ਤੇ ਕੌਣ ਖੱਤਰੀ ਹੈ, ਕੋਈ ਫਰਕ ਨਹੀਂ ਪੈਂਦਾ ਇਹਨਾਂ ਗੱਲਾਂ ਦੇ ਨਾਲ। ਜਦੋਂ ਮਨੁੱਖ ਨੇ ਫਿਰ ਸਾਰੇ ਮਨੁੱਖ ਹੀ ਨੇ। ਤੇ ਸਤਿਗੁਰੂ ਜੀ ਨੇ ਉਸ ਵੇਲੇ ਜਿਹੜਾ ਜਵਾਬ ਦਿੱਤਾ ਸੀ ਉਹ ਇਹ ਸੀ ਵੀ ਭਾਈ ਜਿਹੜਾ ਬ੍ਰਾਹਮਣ ਹੈ ਨਾ, ਉਹ ਦਕਸ਼ਨਾ ਲੈਂਦਾ ਹੈ ਜਿਹੜੀ ਦੇਵਤੇ ਦੇ ਅੱਗੇ ਚੀਜ਼ ਅਰਪਣ ਕੀਤੀ ਜਾਵੇ। ਅਸੀਂ ਦਕਸ਼ਨਾ ਨਹੀਂ ਲੈਂਦੇ, ਅਸੀਂ ਕਿਸੇ ਦੇ ਕੋਲੋਂ ਭੇਟਾ ਨਹੀਂ ਪ੍ਰਾਪਤ ਕਰਦੇ। ਭਾਈ ਇਹ ਤੇ ਸੰਗਤ ਵੱਲੋਂ ਆਉਂਦਾ ਹੈ ਤੇ ਸੰਗਤ ਲਈ ਹੀ ਆਉਂਦਾ ਹੈ। ਇੱਕ ਪਾਸਿਓਂ ਸੰਗਤ ਖਰਚਦੀ ਹੈ ਤੇ ਦੂਸਰੇ ਪਾਸੇ ਜਿਹੜਾ ਹੈ ਉਹ ਸੰਗਤ ਦੇਈ ਜਾਂਦੀ ਹੈ। ਇਹ ਬਸ ਇਦਾਂ ਦਾ ਵਿਧਾਨ ਹੈ। ਇੱਥੇ ਇਹ ਨਹੀਂ ਹੈ ਵੀ ਇਹਦਾ ਅਧਿਕਾਰੀ ਕੌਣ ਹੈ, ਇਹਦਾ ਅਧਿਕਾਰੀ ਕੇਵਲ ਤੇ ਕੇਵਲ ਸੰਗਤ ਹੈ। ਇਸ ਕਰਕੇ ਜੋ ਵੀ ਕੁਝ ਆਵੇਗਾ ਉਹ ਸੰਗਤ ਲਈ ਹੋਵੇਗਾ। ਜੋ ਵੀ ਕੁਝ ਹੈ ਬਸ ਉਹ ਸੰਗਤ ਦੀ ਖੁਸ਼ੀ ਤੇ ਸੰਗਤ ਦੀ ਸਹੂਲਤ ਦੇ ਲਈ ਹੈ। ਪ੍ਰਸ਼ਾਦਾ ਤਿਆਰ ਹੋਣਾ ਹੈ ਉਸੇ ਪੈਸੇ ਦੇ ਨਾਲ। ਅੱਜ ਕੱਲ੍ਹ ਦੇ ਵੇਲੇ ਅਸੀਂ ਬੈਠਦੇ ਹਾਂ, ਇਲੈਕਟ੍ਰੀਸਿਟੀ ਦਾ ਸਿਸਟਮ ਹੈ, ਜੋ ਵੀ ਖਰਚਾ ਚੱਲਣਾ ਹੈ ਉਹ ਸਾਰਾ ਸੰਗਤ ਦੇ ਪੈਸੇ ਦੇ ਉੱਤੇ, ਚੱਲਣਾ ਵੀ ਸੰਗਤ ਲਈ ਹੈ। ਅਸੀਂ ਜਿੱਦਾਂ ਹੁਣ ਬੈਠੇ ਹੋਏ ਹਾਂ, ਵੇਖੋ ਲਾਈਟ ਵਰਤਦੇ ਪਏ ਹਾਂ, ਮਾਈਕ ਚੱਲਦਾ ਪਿਆ ਹੈ, ਲਾਈਟ ਚੱਲਦੀ ਪਈ ਹੈ। ਜਿਨ੍ਹਾਂ ਚਾਦਰਾਂ ਦੇ ਉੱਤੇ ਬੈਠੇ ਹੋਏ ਹਾਂ, ਚਾਦਰਾਂ ਦਾ ਉੱਤੇ ਹੈ, ਕਿੰਨਾਂ ਵੱਲੋਂ ਕੀਤਾ ਗਿਆ ਹੈ? ਸੰਗਤ ਦੇ ਵੱਲੋਂ ਤੇ ਕੀਤਾ ਗਿਆ ਹੈ। ਪਰ ਕੀਤਾ ਕਿਹਦੇ ਲਈ ਗਿਆ ਹੈ? ਸੰਗਤ ਦੇ ਲਈ ਹੀ ਕੀਤਾ ਗਿਆ ਹੈ, ਕਿਸੇ ਬੰਦੇ ਲਈ ਤੇ ਕੀਤਾ ਨਹੀਂ ਗਿਆ ਨਾ। ਅਸੀਂ ਅੱਗੇ ਜਾ ਕੇ ਪੜਾਂਗੇ ਇਸ ਚੀਜ਼ ਨੂੰ ਹੋਰ ਕਲੀਅਰ ਕਰਕੇ। ਸਤਿਗੁਰੂ ਕਹਿੰਦੇ ਭਾਈ ਇਹ ਦਕਸ਼ਨਾ ਨਹੀਂ ਹੈ, ਇਹ ਸੰਗਤ ਦੀ ਭੇਟਾ ਹੈ। ਇੱਥੇ ਤੇ ਵੰਡ ਛਕਣ ਦਾ ਵਿਧਾਨ ਚੱਲਦਾ ਹੈ। ਸਾਡੇ ਵੱਡਿਆਂ ਨੇ ਸੰਗਤ ਦੇ ਪੈਸੇ ਦੇ ਨਾਲ ਹੀ, ਸੰਗਤ ਦੀ ਮਾਇਆ ਦੇ ਨਾਲ ਹੀ ਖੂਹ ਲਵਾਏ ਨੇ, ਸਰੋਵਰ ਪਟਵਾਏ ਨੇ ਤਾਂ ਕਿ ਲੋਕਾਂ ਦੀ ਮਦਦ ਕੀਤੀ ਜਾ ਸਕੇ। ਇਸ ਕਰਕੇ ਇੱਥੇ ਜਿਹੜਾ ਪੈਸਾ ਆਉਂਦਾ ਹੈ ਇਹ ਕਿਸੇ ਖਾਸ ਬੰਦੇ ਲਈ ਨਹੀਂ ਹੁੰਦਾ, ਇਹ ਸੰਗਤ ਦੇ ਲਈ ਹੁੰਦਾ ਹੈ। ਨਾਲੇ ਮਰਦ ਕਹਿੰਦੇ ਨੇ ਕਿ ਭਾਈ ਤੁਸੀਂ ਇਹ ਗੱਲ ਦੱਸੋ ਵੀ ਤੁਸੀਂ ਤਾਂ ਕਹਿੰਦੇ ਜੇ ਵੀ ਬ੍ਰਾਹਮਣ ਜਿਹੜੇ ਨੇ ਉਹ ਸ੍ਰੇਸ਼ਟ ਨੇ, ਪਰ ਮੈਨੂੰ ਇਹ ਦੱਸੋ ਵੀ ਰਾਮਚੰਦਰ ਜਿਹੜੇ ਨੇ ਉਹ ਤੇ ਖੱਤਰੀ ਨੇ, ਖੱਤਰੀ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਨੇ। ਕ੍ਰਿਸ਼ਨ ਜਿਹੜੇ ਨੇ ਉਹ ਖੱਤਰੀ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਨੇ, ਤੇ ਤੁਸੀਂ ਬ੍ਰਾਹਮਣ ਹੋ ਕੇ ਵੀ ਉਹਨਾਂ ਦੀ ਪੂਜਾ ਕਰਦੇ ਪਏ ਜੇ। ਇਹਦਾ ਮਤਲਬ ਕਿ ਬ੍ਰਾਹਮਣਾਂ ਨੇ ਖੱਤਰੀਆਂ ਦੀ ਪੂਜਾ ਕੀਤੀ ਹੈ।
ਜੇ ਤੁਸੀਂ ਇਹ ਕਹਿੰਦੇ ਜੇ ਕਿ ਬ੍ਰਾਹਮਣ ਸੁਪੀਰੀਅਰ ਹੈ, ਔਰ ਕੇਵਲ ਤੇ ਕੇਵਲ ਮਹਾਰਾਜ ਦੀ ਉਮਰ ਲਗਭਗ ਉਦੋਂ 4.5 ਸਾਲ ਦੇ ਕਰੀਬ ਹੈ, 4.5 ਸਾਲ ਦੇ ਕਰੀਬ। ਇੱਥੋਂ ਸਤਿਗੁਰੂ ਜੀ ਨੂੰ ਜੌਨਪੁਰ ਦੀ ਸੰਗਤ ਆ ਕੇ ਮਿਲਦੀ ਹੈ। ਗੁਰਬਖਸ਼ ਮਸੰਦ ਇਹ ਉਸ ਵੇਲੇ ਇਲਾਕੇ ਦੇ ਵਿੱਚ ਪ੍ਰਚਾਰਕ ਸੀ। ਇਹ ਸੰਗਤ ਆ ਕੇ ਮਿਲਦੀ ਹੈ। ਇੱਥੋਂ ਸਤਿਗੁਰੂ ਵੱਖਰੇ ਵੱਖਰੇ ਇਲਾਕਿਆਂ ਦੇ ਵਿੱਚੋਂ ਮਥੁਰਾ ਦੀ ਗੱਲ ਆਉਂਦੀ ਹੈ, ਸਹਾਰਨਪੁਰ ਦੀ ਗੱਲ ਆਉਂਦੀ ਹੈ, ਤੇ ਫਿਰ ਸਤਿਗੁਰੂ ਜੀ ਅੰਬਾਲੇ ਲਾਗੇ ਪਹੁੰਚਦੇ ਨੇ। ਲਖਨੌਰ ਸਾਹਿਬ ਅਸਥਾਨ ਹੈ, ਤੁਸੀਂ ਸ਼ਾਇਦ ਦਰਸ਼ਨ ਕੀਤੇ ਹੋਣਗੇ। ਇਹ ਜਿਹੜਾ ਲਖਨੌਰ ਸਾਹਿਬ ਅਸਥਾਨ ਹੈ, ਇਹ ਮਾਤਾ ਗੁਜਰੀ ਜੀ ਦਾ ਪੇਕਾ ਘਰ ਸੀ ਪਹਿਲਾਂ। ਇਹ ਪੁਰਾਣਾ ਪਰਿਵਾਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਨਕਿਆਂ ਦਾ ਘਰ ਸੀ ਇਹ। ਇੱਥੇ ਹੁਣ ਮਹਾਰਾਜ ਜੀ ਲਗਭਗ 2 ਮਹੀਨੇ ਟਿਕਦੇ ਨੇ। ਇੱਥੇ ਇੱਕ ਘਟਨਾ ਵਾਪਰਦੀ ਹੈ ਜਿਹਦਾ ਜ਼ਿਕਰ ਪ੍ਰੋਫੈਸਰ ਸਾਹਿਬ ਸਿੰਘ ਹੁਣਾਂ ਨੇ ਵੀ ਕੀਤਾ ਹੈ, ਜਿਹਦਾ ਜ਼ਿਕਰ ਜਿਹੜਾ ਹੈ ਉਹ ਭਾਈ ਵੀਰ ਸਿੰਘ ਹੁਣਾਂ ਨੇ ਵੀ ਕੀਤਾ ਹੈ, ਵੀ ਇੱਥੇ ਇੱਕ ਜਿਹੜਾ ਮੁਸਲਮਾਨ ਫਕੀਰ ਹੈ ਜਿਹਦਾ ਨਾਮ ਹੈ ਭੀਖਨ ਸ਼ਾਹ ਭੀਖ ਵੀ ਉਹਦਾ ਨਾਮ ਆਉਂਦਾ ਹੈ। ਇਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਿਲਣ ਦੇ ਲਈ ਆਉਂਦਾ ਹੈ। ਔਰ ਜੋ ਅਸੀਂ ਇਹਨਾਂ ਦੇ ਬਾਰੇ ਗੱਲਾਂ ਪੜ੍ਹਦੇ ਹਾਂ, ਕਈਆਂ ਨੇ ਕਿਉਂਕਿ ਜ਼ਿਕਰ ਕੀਤਾ ਹੈ ਵੀ ਸ਼ਾਇਦ ਇਹ ਪਟਨਾ ਸਾਹਿਬ ਮਿਲਣ ਦੇ ਲਈ ਗਏ ਸੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ, ਪਰ ਲਿਖਤਾਂ ਦੇ ਵਿੱਚ ਅਸੀਂ ਜਦੋਂ ਹੁਣ ਵੇਖਦੇ ਹਾਂ ਤੇ ਲਿਖਤਾਂ ਇਸ ਗੱਲ ਦਾ ਜ਼ਿਕਰ ਕਰਦੀਆਂ ਨੇ ਵੀ ਇਹ ਲਖਨੌਰ ਸਾਹਿਬ ਆ ਕੇ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਮਿਲਿਆ ਸੀ। ਔਰ ਕਹਿੰਦੇ ਨੇ ਵੀ ਇਹਨੇ ਆਪਣੇ ਚੇਲਿਆਂ ਦੇ ਪ੍ਰਸ਼ਨ ਨੂੰ ਉਹਨਾਂ ਦੀ ਉੱਤਰ ਦੇਣ ਦੀ ਖਾਤਰ ਮਹਾਰਾਜ ਜੀ ਦੇ ਅੱਗੇ ਨਾ 2 ਕਟੋਰੇ ਭਰ ਕੇ ਰੱਖੇ ਸੀ, ਤੇ ਉਹ ਕਟੋਰਿਆਂ ਦੇ ਬਾਰੇ ਉਹਦਾ ਮਨ ਦੇ ਵਿੱਚ ਖਿਆਲ ਸੀ ਵੀ ਜੇ ਇੱਕ ਕਟੋਰੇ ਨੂੰ ਹੱਥ ਲਾਉਣਗੇ ਨਾ ਤੇ ਇਹਦਾ ਮਤਲਬ ਇਹ ਹਿੰਦੂਆਂ ਦੀ ਰੱਖਿਆ ਕਰਨ ਵਾਲੇ, ਜੇ ਦੂਸਰੇ ਨੂੰ ਲਾਉਣਗੇ ਤੇ ਮੁਸਲਮਾਨਾਂ ਦੀ ਰੱਖਿਆ ਕਰਨ ਵਾਲੇ। ਪਰ ਕਹਿੰਦੇ ਨੇ ਵੀ ਮਹਾਰਾਜ ਜੀ ਨੇ ਦੋਵਾਂ ਕਟੋਰਿਆਂ ਤੇ ਹੱਥ ਰੱਖ ਦਿੱਤਾ ਸੀ ਵੀ ਭਾਈ ਸਾਡਾ ਵੈਰ ਕਿਸੇ ਦੇ ਨਾਲ ਨਹੀਂ, ਰੱਖਿਆ ਦੋਵਾਂ ਦੀ, ਪਰ ਇਹਦਾ ਮਤਲਬ ਸਿਰਫ ਇਹ ਹੈ ਵੀ ਫਜ਼ੂਲ ਦਾ ਜਿਹੜਾ ਹੈ ਉਹ ਕਿਸੇ ਨਾਲ ਝਗੜਾ ਵੀ ਨਹੀਂ। ਆਪਸੀ ਪਿਆਰ ਦੀ ਗੱਲ ਮਹਾਰਾਜ ਨੇ ਉੱਥੇ ਜਿਹੜੀ ਹੈ, ਜਿਹੜਾ ਭੀਖਨ ਸ਼ਾਹ ਹੈ ਉਹਨੂੰ ਤੇ ਪਤਾ ਹੈ ਵੀ ਸਤਿਗੁਰੂ ਕੀ ਨੇ, ਪਰ ਆਪਣੇ ਚੇਲਿਆਂ ਦੀ ਇੱਕ ਖਿਆਲ ਦੀ ਨਿਵਰਤੀ ਕਰਨ ਦੇ ਲਈ ਉਹਨਾਂ ਨੇ ਇਹ ਜਿਹੜਾ ਕੌਤਕ ਹੈ ਉੱਥੇ ਵਰਤਾਇਆ ਹੈ। ਹੁਣ ਲਖਨੌਰ ਸਾਹਿਬ ਤੋਂ ਸਤਿਗੁਰੂ ਜੀ ਜਿਹੜੇ ਨੇ ਉਹ ਆਪਣੇ ਪਰਿਵਾਰ ਦੇ ਨਾਲ ਹੀ ਬਾਬਾ ਬਕਾਲਾ ਸਾਹਿਬ ਪਹੁੰਚ ਜਾਂਦੇ ਨੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਅਜੇ ਅਨੰਦਪੁਰ ਸਾਹਿਬ ਨੇ। ਮੈਂ ਬੇਨਤੀ ਕਰ ਦੇਵਾਂ, ਪਟਨਾ ਸਾਹਿਬ ਤੋਂ ਜਦੋਂ ਅਸੀਂ ਸਫ਼ਰ ਪੜ੍ਹਦੇ ਹਾਂ ਤੇ ਇਹ ਇਦਾਂ ਦੀ ਗੱਲ ਤੇ ਨਹੀਂ ਵੀ ਬੰਦਾ ਕੱਲ੍ਹ ਦਾ ਤੁਰਿਆ ਤੇ ਅੱਜ ਜਿਹੜਾ ਹੈ ਪਟਨੇ ਤੋਂ ਪੰਜਾਬ ਪਹੁੰਚ ਜਾਵੇ। ਬੜਾ ਲੰਮਾ ਸਮਾਂ ਲੱਗਾ ਹੈ ਉਹਨਾਂ ਨੂੰ ਪਹੁੰਚਦਿਆਂ। ਕਈਆਂ ਥਾਵਾਂ ਦੇ ਉੱਤੇ ਸੰਗਤ ਨੇ ਰੋਕ ਲੈਣਾ, ਕਈਆਂ ਥਾਵਾਂ ਦੇ ਉੱਤੇ ਇੱਦਾਂ ਹੋਣਾ ਵੀ ਗੁਰੂ ਸਾਹਿਬ ਨੂੰ ਕਈ ਦਿਨ ਲੱਗ ਜਾਣੇ। ਜਿੱਦਾਂ ਲਖਨੌਰ ਦਾ ਜ਼ਿਕਰ ਆਉਂਦਾ ਵੀ 2 ਮਹੀਨੇ ਮਹਾਰਾਜ ਲਖਨੌਰ ਰੁਕੇ ਹੋਏ ਨੇ। ਇੱਥੋਂ ਸਤਿਗੁਰੂ ਜੀ ਬਾਬਾ ਬਕਾਲਾ ਸਾਹਿਬ ਜਾਂਦੇ ਨੇ। ਇੱਥੇ ਹੁਣ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਦਾਦੀ ਜੀ ਨੇ ਮਾਤਾ ਨਾਨਕੀ ਜੀ, ਉਹ ਮਿਲਦੇ ਨੇ ਪਰਿਵਾਰ ਨੂੰ। ਇਹ ਪਹਿਲੀ ਵਾਰ ਅਜੇ ਦਰਸ਼ਨ ਹੋ ਰਹੇ ਨੇ, ਕਿਉਂਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਪਟਨਾ ਸਾਹਿਬ ਤੋਂ ਆ ਰਹੇ ਨੇ, ਜਨਮ ਉਹਨਾਂ ਦਾ ਉੱਧਰ ਹੋਇਆ ਹੈ। ਇੱਥੇ ਲਗਭਗ 1.5 ਸਾਲ ਜਿਹੜਾ ਹੈ ਉਹ ਸਤਿਗੁਰੂ ਜੀ ਬਤੀਤ ਕਰਦੇ ਨੇ, ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਹੁਣ ਜਿਹੜਾ ਹੈ ਉਹ ਅਨੰਦਪੁਰ ਸਾਹਿਬ ਸੱਦਾ ਦਿੱਤਾ ਜਾਂਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਵੱਲੋਂ। ਇਹ ਲਗਭਗ ਹੈ 1672 ਦਾ ਸਮਾਂ ਹੈ। ਜੇ ਇੱਦਾਂ ਕਹਿ ਲਈਏ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਉਮਰ ਜਿਹੜੀ ਹੈ ਉਹ ਲਗਭਗ 6.5 ਸਾਲ ਦੇ ਕਰੀਬ ਹੋ ਚੁੱਕੀ ਹੈ, ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਹੁਣ ਦੂਸਰੀ ਵਾਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਮਿਲਦੇ ਨੇ। ਪਹਿਲੀ ਵਾਰ ਉਦੋਂ ਮਿਲੇ ਸੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 4 ਸਾਲ ਦੇ ਸੀ। ਦੂਸਰੀ ਵਾਰ ਹੁਣ ਅਨੰਦਪੁਰ ਸਾਹਿਬ ਦੇ ਵਿੱਚ ਮਿਲਦੇ ਨੇ। ਹੁਣ ਇੱਥੇ ਅਕਾਲ ਪੁਰਖ ਵਾਹਿਗੁਰੂ ਦੀ ਕਰਨੀ ਇੱਦਾਂ ਦੀ ਹੈ ਕਿ ਇਹ 72-73 ਦੇ ਲਾਗੇ ਇੱਦਾਂ ਕਹਿ ਲਈਏ ਵੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮਿਲਾਪ ਹੁੰਦਾ ਹੈ, ਤੇ 1674 ਦੇ ਲਾਗੇ 1674 ਇਹਦੇ ਲਾਗੇ ਆ ਕੇ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਕੋਲ ਸ਼ਿਕਾਇਤਾਂ ਪੁੱਜਣੀਆਂ ਸ਼ੁਰੂ ਹੋ ਜਾਂਦੀਆਂ ਨੇ ਵੀ ਮਹਾਰਾਜ ਜੀ ਔਰੰਗਜ਼ੇਬ ਜਿਹੜਾ ਹੈ ਉਹ ਕਸ਼ਮੀਰ ਦੇ ਵਿੱਚ ਪੰਡਤਾਂ ਨੂੰ ਤੰਗ ਕਰਦਾ ਪਿਆ ਹੈ। ਔਰ ਇਕੱਲੇ ਕਸ਼ਮੀਰ ਦੇ ਵਿੱਚ ਨਹੀਂ ਸੀ, ਲਗਭਗ ਸਾਰੇ ਹਿੰਦੁਸਤਾਨ ਦੇ ਵਿੱਚ ਕਈਆਂ ਥਾਵਾਂ ਦੇ ਉੱਤੇ ਉਹਨੇ ਇੱਦਾਂ ਦੇ ਲੋਕਾਂ ਦੇ ਉੱਤੇ ਜ਼ੁਲਮ ਕੀਤੇ ਸੀ, ਪਰ ਹੁਣ ਉਹ ਸ਼ੁਰੂ ਕਸ਼ਮੀਰ ਤੋਂ ਹੋਇਆ ਸੀ। ਤੇ ਕਸ਼ਮੀਰ ਦੇ ਜਿਹੜੇ ਪੰਡਤ ਨੇ ਉਹ ਜਿਹੜੇ ਨੇ ਉਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਕੋਲ ਆਏ ਸੀ। ਉਹਨਾਂ ਦੀ ਅਗਵਾਈ ਕਰਨ ਵਾਲਾ ਸੀ ਭਾਈ ਕਿਰਪਾ ਰਾਮ। ਇਹ ਭਾਈ ਕਿਰਪਾ ਰਾਮ ਦਾ ਜਿਹੜਾ ਜੀਵਨ ਹੈ, ਅਸੀਂ ਜਦੋਂ ਉਹਨਾਂ ਦੀਆਂ ਪੀੜ੍ਹੀਆਂ ਨੂੰ ਪੜ੍ਹਦੇ ਹਾਂ ਤੇ ਸਤਿਗੁਰੂ ਜੀ ਬ੍ਰਹਮਦਾਸ ਨੂੰ ਮਿਲੇ ਸਨ ਕਸ਼ਮੀਰ ਦੇ ਵਿੱਚ, ਮਟਨ ਦੇ ਇਲਾਕੇ ਦੇ ਵਿੱਚ, ਜਿੱਥੋਂ ਅਸੀਂ ਇੱਕ ਸ਼ਲੋਕ ਪੜ੍ਹਦੇ ਹਾਂ ਆਸਾ ਦੀ ਵਾਰ ਦੇ ਵਿੱਚ। ਹਜ਼ੂਰ ਕਹਿੰਦੇ ਨੇ ਕਿ ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀਆਂ ਸਾਥ, ਪੜ ਪੜ ਬੇੜੀ ਪਾਈ ਹੈ,
ਪੜ ਪੜ ਗੱਡੀਆਂ ਖਾਤ, ਪੜੀਐ ਜੇਤੇ ਬਰਸ ਬਰਸ, ਪੜੀਐ ਜੇਤੇ ਮਾਸ, ਪੜੀਐ ਜੇਤੀ ਆਰਜਾ, ਪੜੀਐ ਜੇਤੇ ਸਾਜ਼। ਨਾਨਕ ਲੇਖੈ ਇੱਕ ਗੱਲ ਹੋਰ ਹਉਮੈ ਚਖਣਾ ਝਾਕ। ਉਹ ਜਿਹੜਾ ਪੰਡਿਤ ਸੀ ਨਾ ਬ੍ਰਹਮਦਾਸ, ਉਹਨੂੰ ਆਪਣੀ ਵਿਦਿਆ ਦਾ ਹੰਕਾਰ ਸੀ, ਤੇ ਉਸ ਇਹ ਬ੍ਰਹਮਦਾਸ ਪੰਡਿਤ ਦੇ ਪਰਿਵਾਰ ਦੇ ਵਿੱਚੋਂ ਭਾਈ ਕਿਰਪਾ ਰਾਮ ਸੀ, ਔਰ ਇਹ ਗੁਰੂ ਘਰ ਦੇ ਨਾਲ ਗੁਰੂ ਨਾਨਕ ਸਾਹਿਬ ਤੋਂ ਜੁੜਿਆ ਹੋਇਆ ਪਰਿਵਾਰ ਸੀ। ਐਵੇਂ ਨਹੀਂ ਹੋ ਗਿਆ ਵੀ ਕਸ਼ਮੀਰ ਦੇ ਦੁਖੀ ਪੰਡਿਤ ਚੱਲ ਕੇ ਆਏ ਤੇ ਆ ਕੇ ਤੇ ਉਹਨਾਂ ਨੂੰ ਪਤਾ ਲੱਗਾ ਵੀ ਆਨੰਦਪੁਰ ਆ ਜਾਵੋ। ਉਹਨਾਂ ਨੂੰ ਪਤਾ ਸੀ ਵੀ ਸਾਡੀ ਬਾਂਹ ਇਸੇ ਘਰ ਨੇ ਫੜਨੀ ਹੈ। ਹੁਣ ਜਿੰਨਾ ਚਿਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਰਹੇ ਨੇ, ਇੱਥੇ ਸਤਿਗੁਰੂ ਦੀ ਪੜ੍ਹਾਈ ਦਾ ਪ੍ਰਬੰਧ ਹੋਇਆ ਹੈ। ਮੁਨਸ਼ੀ ਸਾਹਿਬ ਚੰਦ ਦੇ ਕੋਲੋਂ ਮਹਾਰਾਜ ਜੀ ਨੇ ਗੁਰਮੁਖੀ ਪੜ੍ਹਨੀ, ਗੁਰਬਾਣੀ ਦਾ ਪਾਠ ਸਿੱਖਿਆ ਹੈ, ਜੋ ਲਿਖਤਾਂ ਦੇ ਹਵਾਲੇ ਨੇ। ਇੱਕ ਨੇ ਕਾਜ਼ੀ ਪੀਰ ਮੁਹੰਮਦ ਜਾਂ ਮੀਰ ਮੁਹੰਮਦ, ਉਹਨਾਂ ਦੇ ਨਾਮ ਦਾ ਜ਼ਿਕਰ ਆਉਂਦਾ ਹੈ। ਮਹਾਰਾਜ ਜੀ ਨੇ ਉਹਨਾਂ ਦੇ ਕੋਲੋਂ ਫਾਰਸੀ ਸਿੱਖੀ ਹੈ। ਮਤਲਬ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਆਪਣੇ ਅਧੀਨ ਰਹਿ ਕੇ, ਆਪਣੇ ਅਧੀਨ ਰੱਖ ਕੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪੜ੍ਹਾਇਆ ਵੀ ਹੈ। ਸ਼ਸਤਰ ਵਿਦਿਆ ਤਾਂ ਉਸ ਵੇਲੇ ਕੰਪਲਸਰੀ ਹੈ, ਕਿਉਂਕਿ ਆਨੰਦਪੁਰ ਦਾ ਜਿਹੜਾ ਇਲਾਕਾ ਹੈ, ਤੁਸੀਂ ਵੇਖੋ, ਇੱਕ ਤੇ ਹੈ ਪਹਾੜੀ ਇਲਾਕਾ ਹੈ, ਦੂਸਰਾ ਹੈ ਨਦੀਆਂ ਵਾਲਾ ਇਲਾਕਾ ਹੈ। ਤੇ ਜਿਹੜੇ ਹੁਣ ਬੱਚੇ ਨਦੀਆਂ ਵਾਲੇ ਇਲਾਕੇ ਦੇ ਵਿੱਚ ਰਹਿੰਦੇ ਨੇ, ਉਹਨਾਂ ਨੂੰ ਤੈਰਨਾ ਸੁਭਾਵਿਕ ਆ ਜਾਂਦਾ ਹੈ। ਸਾਡੇ ਵਰਗਿਆਂ ਨੂੰ ਸ਼ਾਇਦ ਇਹ ਚੀਜ਼ ਬੜੀ ਔਖੀ ਲੱਗਦੀ ਹੋਵੇ, ਪਰ ਜਿਨ੍ਹਾਂ ਨੇ ਨਿੱਤ ਨਹਿਰਾਂ ਪਾਰ ਕਰਨੀਆਂ ਨੇ, ਨਦੀਆਂ ਪਾਰ ਕਰਨੀਆਂ ਨੇ, ਉਹਨਾਂ ਨੂੰ ਇਹ ਬਚਪਨ ਦੇ ਵਿੱਚ ਹੀ ਗੁਣ ਆ ਜਾਂਦੇ ਨੇ। ਹੁਣ ਤੈਰਾਕੀ ਸਿੱਖੀ ਹੈ ਮਹਾਰਾਜ ਜੀ ਦੇ ਕੋਲ, ਇਹ ਗੁਣ ਹੈ। ਸ਼ਸਤਰ ਵਿਦਿਆ ਹੈ, ਘੋੜ ਸਵਾਰੀ ਹੈ, ਇਹ ਸਾਰੇ ਗੁਣ। ਜਿੱਥੇ ਇੱਦਾਂ ਕਹਿ ਲਈਏ ਵੀ ਪੜ੍ਹਾਈ ਜਿਹੜੀ ਹੈ ਸ਼ਸਤਰ ਵਿਦਿਆ ਤੇ ਸ਼ਾਸਤਰ ਵਿਦਿਆ, ਕਿਤਾਬੀ ਪੜ੍ਹਾਈ, ਤੇ ਨਾਲ ਜਿਹੜੀ ਹੈ ਇੱਦਾਂ ਕਹਿ ਲਈਏ ਵੀ ਸਰੀਰਕ ਜਿਹੜੀ ਵਿਦਿਆ ਹੈ ਸ਼ਸਤਰ ਵਿਦਿਆ। ਜਿੱਥੇ ਪੜ੍ਹਾਈ ਕੰਮ ਆਉਣੀ ਹੈ ਉੱਥੇ ਪੜ੍ਹਾਈ ਕੰਮ ਆਉਣੀ ਹੈ, ਪਰ ਜਿੱਥੇ ਸ਼ਸਤਰ ਵਿਦਿਆ ਕੰਮ ਆਉਣੀ ਹੈ ਉੱਥੇ ਸ਼ਸਤਰ ਵਿਦਿਆ ਹੀ ਕੰਮ ਆਉਣੀ ਹੈ। ਜੇ ਕੋਈ ਸਾਨੂੰ ਮਾਰਦਾ ਪਿਆ ਹੈ, ਉਹਦਾ ਮੁਕਾਬਲਾ ਕਰਨਾ ਹੈ, ਤੁਸੀਂ ਇਹ ਥੋੜ੍ਹਾ ਕਹਾਂਗੇ ਵੀ ਭਾਈ ਮੈਂ ਇੰਨਾ ਪੜ੍ਹਿਆ ਹਾਂ ਤੇ ਮੈਨੂੰ ਮਾਰਨਾ। ਉੱਥੇ ਸਾਨੂੰ ਮੁਕਾਬਲਾ ਹੀ ਕਰਨਾ ਪਵੇਗਾ। ਇਸ ਕਰਕੇ ਇਹ ਦੋ ਜਿਹੜੀਆਂ ਪੜ੍ਹਾਈਆਂ ਨੇ ਉਸ ਵੇਲੇ ਤੋਂ ਜ਼ਰੂਰੀ ਸੀ ਤੇ ਸਾਡੇ ਵਿੱਚ ਅੱਜ ਵੀ ਜ਼ਰੂਰੀ ਹੋਣੀਆਂ ਚਾਹੀਦੀਆਂ ਨੇ। ਮਹਾਰਾਜ ਜੀ ਨੇ ਉਹ ਦੋ ਵਿਦਿਆ ਲਈਆਂ ਨੇ। ਹੁਣ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸਮਾਂ ਆਉਂਦਾ ਹੈ ਲਗਭਗ 1674 ਦਾ, ਤੇ ਸਤਿਗੁਰੂ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਮਰ ਲਗਭਗ 8 ਸਾਲ ਦੇ ਕਰੀਬ ਹੋ ਜਾਂਦੀ ਹੈ। ਤੇ ਅਸੀਂ ਜਦੋਂ ਜ਼ਿਕਰ ਪੜ੍ਹਦੇ ਹਾਂ ਵੀ ਮਹਾਰਾਜ ਜੀ ਦਿੱਲੀ ਦੇ ਵਿੱਚ ਆ ਕੇ, ਇਹ ਮੈਂ ਇਸ ਕਰਕੇ ਸੰਖੇਪ ਕਰਦਾ ਪਿਆ ਹਾਂ ਕਿਉਂ ਇਹ ਜੀਵਨ ਦਾ ਸੰਬੰਧ, ਇਹ ਜਿਹੜਾ ਜੀਵਨ ਦਾ ਸੰਬੰਧ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਨਾਲ ਹੈ। ਮਹਾਰਾਜ ਜੀ ਆਪਣੇ 3 ਸਿੱਖਾਂ ਦੇ ਨਾਲ, ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ, ਇਹਨਾਂ ਦੇ ਨਾਲ ਆ ਕੇ ਤੇ ਦਿੱਲੀ ਦੇ ਵਿੱਚ ਸ਼ਹੀਦ ਹੋ ਜਾਂਦੇ ਨੇ। ਚਾਂਦਨੀ ਚੌਂਕ ਦੇ ਵਿੱਚ ਗੁਰੂ ਸਾਹਿਬ ਦੀ ਸ਼ਹੀਦੀ ਹੁੰਦੀ ਹੈ। ਤੇ ਹੁਣ ਸਤਿਗੁਰੂ ਜੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਪਹਿਲਾਂ ਹੀ ਆਪਣੇ ਆਨੰਦਪੁਰ ਤੁਰਦਿਆਂ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਆਪਣੀ ਥਾਂ ਦੇ ਉੱਤੇ ਬਿਰਾਜਮਾਨ ਕਰਕੇ ਆ ਗਏ ਸੀ ਕਿ ਸਤਿਗੁਰੂ ਜੀ ਨੂੰ ਪਤਾ ਸੀ ਵੀ ਦਿੱਲੀ ਸੀਸ ਲੱਗ ਸਕਦਾ ਹੈ, ਇੱਥੇ ਸ਼ਹਾਦਤ ਹੋ ਸਕਦੀ ਹੈ। ਇੱਕ ਗੱਲ ਦਾ ਜ਼ਿਕਰ ਸ਼ਾਇਦ ਗਿਆਨੀ ਅਮਰੀਕ ਸਿੰਘ ਹੋਣਾ ਨੇ ਕੀਤਾ ਹੈ। ਉਹ ਕਹਿੰਦੇ ਨੇ ਕਿ ਵੇਖੋ, ਕਿਉਂਕਿ ਆਪਾਂ ਨੇ ਸਾਰਿਆਂ ਨੇ ਉਸ ਗਾਥਾ ਨੂੰ ਸੁਣਿਆ ਹੋਵੇਗਾ ਕਿ ਕਿਵੇਂ ਭਾਈ ਜੀਵਨ ਸਿੰਘ ਜਿਹੜੇ ਨੇ, ਭਾਈ ਜੈਤਾ ਜੀ, ਉਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸੀਸ ਲੈ ਕੇ ਤੇ ਆਨੰਦਪੁਰ ਸਾਹਿਬ ਪਹੁੰਚਦੇ ਨੇ। ਕੀਰਤਪੁਰ ਸਾਹਿਬ ਦੇ ਵਿੱਚ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਗੋਂ ਦਰਸ਼ਨ ਕਰਨ ਦੇ ਲਈ ਜਾਂਦੇ ਨੇ। ਤੇ ਉੱਥੇ ਇੱਕ ਗੱਲ ਦਾ ਜ਼ਿਕਰ ਗਿਆਨੀ ਅਮਰੀਕ ਸਿੰਘ ਕਰਦੇ ਨੇ ਵੀ ਵੇਖੋ, ਕੋਈ ਬੰਦਾ ਗੁਰੂ ਪਦਵੀ ਦੇ ਉੱਤੇ ਬੈਠਾ ਹੋਵੇ, ਜਦੋਂ ਕਿਸੇ ਨੂੰ ਕੋਈ ਪਦਵੀ ਮਿਲਦੀ ਹੈ ਤੇ ਲੋਕੀ ਤੋਹਫੇ ਦਿੰਦੇ ਨੇ, ਲੋਕੀ ਮਾਣ ਦਿੰਦੇ ਨੇ ਵੀ ਤੁਸੀਂ ਕਿਸੇ ਪਦਵੀ ਦੇ ਉੱਤੇ ਪਹੁੰਚੇ ਹੋ, ਤੁਹਾਨੂੰ ਸਤਿਕਾਰ ਦੇ ਵਿੱਚ ਬੜਾ ਕੁਝ ਮਿਲਦਾ ਹੈ। ਕਹਿੰਦੇ ਹੈਰਾਨ ਹੋ ਜਾਈਦਾ ਹੈ ਵੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦੇ ਉੱਤੇ ਬੈਠਣ ਦੇ ਵੇਲੇ ਜਿਹੜਾ ਪਹਿਲਾ ਤੋਹਫਾ ਮਿਲਿਆ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸੀਸ ਮਿਲਿਆ ਹੈ। ਇਹ ਕਦੀ ਇਸ ਚੀਜ਼ ਨੂੰ ਸੋਚ ਕੇ ਵੇਖੀਏ ਅਸੀਂ, ਕਿਉਂਕਿ ਉਹ ਦੋ ਮੌਕੇ ਬਣ ਜਾਂਦੇ ਨੇ। ਜਾਂ ਤੇ ਬੰਦਾ ਫਿਰ ਡਰ ਕੇ ਪਿੱਛੇ ਬਹਿ ਜਾਂਦਾ ਵੀ ਨਹੀਂ, ਇਹਨਾਂ ਤੇ ਸਾਡੇ ਪਿਤਾ ਜੀ ਨੂੰ ਸ਼ਹੀਦ ਕਰ ਦਿੱਤਾ ਹੈ, ਅਸੀਂ ਸਰਕਾਰ ਦੇ ਨਾਲ ਕੋਈ ਮੁਕਾਬਲਾ ਨਹੀਂ ਕਰਨਾ, ਅਸੀਂ ਡਰ ਕੇ ਬੈਠ ਜਾਈਏ। ਤੇ ਜਾਂ ਫਿਰ ਦੂਸਰਾ ਤਰੀਕਾ ਨਿਕਲਦਾ ਹੈ ਵੀ ਭਾਈ ਮੁਕਾਬਲਾ ਕਰਨਾ ਹੈ ਇਹਨਾਂ ਦਾ, ਲੋਕਾਂ ਨੂੰ ਅਸੀਂ ਜਾਗਰੂਕ ਕਰਨਾ ਹੈ, ਲੋਕਾਂ ਨੂੰ ਅਸੀਂ ਤੋਰਨਾ ਹੈ ਇਸ ਪਾਸੇ ਦੇ ਉੱਤੇ। ਸਤਿਗੁਰੂ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਆਨੰਦਪੁਰ ਦੇ ਵਿੱਚ ਤਿਆਰੀਆਂ ਸ਼ੁਰੂ ਕਰਵਾਈਆਂ ਨੇ। ਲਗਭਗ 9 ਸਾਲ ਦੀ ਉਮਰ ਹੈ। ਮੈਂ ਬੇਨਤੀ ਕਰ ਦੇਵਾਂ ਫਿਰ ਅੱਗੇ ਕੁਝ ਸਮਾਂ ਬੀਤਦਾ ਹੈ। ਲਗਭਗ ਇਹ ਜਿਹੜਾ ਸਮਾਂ ਹੈ, ਮਹਾਰਾਜ ਜੀ ਆਨੰਦਪੁਰ ਟਿਕਦੇ ਨੇ। ਆਨੰਦਪੁਰ ਦੇ ਵਿੱਚ ਕਿਲਿਆਂ ਦਾ ਨਿਰਮਾਣ ਹੁੰਦਾ ਹੈ।
1665 ਦੇ ਵਿੱਚ ਵੈਸੇ ਅਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਵੱਲੋਂ ਵਸਾਇਆ ਗਿਆ ਸੀ। ਇੱਥੇ ਹੁਣ ਜਦੋਂ ਕਿਲ੍ਹਿਆਂ ਦੇ ਬਾਰੇ ਅਸੀਂ ਪੜ੍ਹਦੇ ਹਾਂ ਕਿ ਆਨੰਦਗੜ੍ਹ ਦਾ ਕਿਲ੍ਹਾ ਹੈ, ਲੋਹਗੜ੍ਹ, ਹੋਲਗੜ੍ਹ ਹੈ, ਫਤਿਹਗੜ੍ਹ ਹੈ, ਤਾਰਾਗੜ੍ਹ ਹੈ, ਕੇਸਗੜ੍ਹ ਸਾਹਿਬ ਬਾਅਦ ਦੇ ਵਿੱਚ ਬਣਦਾ ਹੈ। ਇਹ ਜਿਹੜੇ ਕਿਲ੍ਹੇ ਨੇ ਉਹ ਇਸ ਕਰਕੇ ਨਿਰਮਾਣ ਕਰਵਾਏ ਸੀ ਵੀ ਭਾਈ ਇੱਕ ਤੇ ਲੋੜ ਵੇਲੇ ਅਨਾਜ ਸਟੋਰ ਕੀਤਾ ਜਾ ਸਕੇ। ਅਸੀਂ ਜਦੋਂ ਅੱਗੇ ਵੱਡੇ ਸਾਹਿਬਜ਼ਾਦਿਆਂ ਦੀ ਜਾਂ ਅਨੰਦਪੁਰ ਸਾਹਿਬ ਦੇ ਘੇਰਿਆਂ ਦੀਆਂ ਗੱਲਾਂ ਪੜ੍ਹਦੇ ਹਾਂ ਫਿਰ ਇਹਨਾਂ ਕਿਲ੍ਹਿਆਂ ਦਾ ਜ਼ਿਕਰ ਬੜੀ ਵਾਰ ਆਉਂਦਾ ਹੈ। ਹੋਲਗੜ੍ਹ ਤੇ ਲੋਹਗੜ੍ਹ ਉਹ ਕਿਲ੍ਹਾ ਹੈ ਜਿੱਥੇ ਅਨੰਦਪੁਰ ਸਾਹਿਬ ਉਸ ਵੇਲੇ ਸ਼ਸਤਰ ਤਿਆਰ ਹੁੰਦੇ ਸੀ। ਆ ਜਿਹੜੇ ਬਹੁਤੇ ਪਰਿਵਾਰ ਜਿਨ੍ਹਾਂ ਨੂੰ ਅੱਜ ਕੱਲ੍ਹ ਅਸੀਂ ਸ਼ਿਕਲੀਗਰ ਸਿੱਖ ਕਹਿ ਦਿੰਦੇ ਹਾਂ, ਅਜੇ ਵੀ ਇਹਨਾਂ ਦੇ ਵਿੱਚੋਂ ਕਈਆਂ ਪਰਿਵਾਰਾਂ ਨੇ ਨਾ ਉਸ ਕਲਚਰ ਨੂੰ ਸੰਭਾਲ ਕੇ ਰੱਖਿਆ ਆ, ਹੱਥੀਂ ਸ਼ਸਤਰ ਬਣਾਉਂਦੇ ਨੇ। ਤੇ ਉਸ ਵੇਲੇ ਤਾਂ ਬਹੁਤੇ ਸ਼ਸਤਰ ਹੱਥੀਂ ਬਣਦੇ ਹੁੰਦੇ ਸੀ, ਇਸ ਕਰਕੇ ਉਹ ਬੜੇ ਪਰਿਵਾਰ ਉਸ ਵੇਲੇ ਉੱਧਰ ਵਸਾਏ ਗਏ ਸੀ। ਅਨੰਦਪੁਰ ਸਾਹਿਬ ਦੇ ਵਿੱਚ ਲੋਹਗੜ੍ਹ ਕਿਲ੍ਹੇ ਦੇ ਵਿੱਚ ਹੱਥੀਂ ਜਿਹੜੇ ਸ਼ਸਤਰ ਸੀ ਉਹ ਤਿਆਰ ਹੁੰਦੇ ਸੀ। ਮਹਾਰਾਜ ਜੀ ਨੇ ਇਸ ਪਾਸੇ ਉੱਤੇ ਤਿਆਰੀ ਕਰਵਾਈ ਕਿਉਂਕਿ ਸਤਿਗੁਰੂ ਨੂੰ ਪਤਾ ਸੀ ਵੀ ਅੱਗੋਂ ਦੇ ਜੇ ਚੇਤੀ ਹੈ ਤਾਂ ਕਾਇਤ ਮਿਲੇ ਸਜਾਏ। ਜੇ ਬੰਦਾ ਪਹਿਲਾਂ ਹੀ ਇਸ ਗੱਲ ਨੂੰ ਸਮਝ ਕੇ ਚੱਲੇ ਤੇ ਫਿਰ ਸਜ਼ਾ ਨਹੀਂ ਮਿਲਦੀ। ਹੁਣ ਇੱਥੇ ਕੁਝ ਕੁ ਜਿਹੜੀਆਂ ਅਨੰਦਪੁਰ ਦੀਆਂ ਤਿਆਰੀਆਂ ਨੇ ਅਸੀਂ ਉਹਨਾਂ ਦਾ ਜ਼ਿਕਰ ਅੱਜ ਕਰਾਂਗੇ ਤੇ ਫਿਰ ਮਹਾਰਾਜ ਜੀ ਅੱਗੇ ਪਾਉਂਟਾ ਸਾਹਿਬ ਨੂੰ ਜਾਂਦੇ ਨੇ, ਉਹ ਅਸੀਂ ਕੱਲ੍ਹ ਵਿਚਾਰਨ ਦੀ ਕੋਸ਼ਿਸ਼ ਕਰਾਂਗੇ। ਇੱਥੇ ਜਿਹੜਾ ਸਤਿਗੁਰੂ ਜੀ ਅਨੰਦਪੁਰ ਸਾਹਿਬ ਦੇ ਵਿੱਚ ਰਾਜਾ ਰਾਮ ਸਿੰਘ ਜੀ ਦੀ ਸੁਲ੍ਹਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਅਹੋਮੀਆਂ ਦੇ ਨਾਲ ਕਰਵਾਈ ਸੀ ਅਸਾਮ ਦੇ ਵਿੱਚ। ਉਹ ਜਦੋਂ ਵਾਪਸ ਦਿੱਲੀ ਆਉਂਦਾ ਉਹਨੂੰ ਪਤਾ ਲੱਗਦਾ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ ਤੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਅਨੰਦਪੁਰ ਸਾਹਿਬ ਮਿਲਣ ਦੇ ਲਈ ਆਉਂਦਾ ਹੈ। ਇੱਥੇ ਉਹ ਆਉਂਦਾ ਹੈ ਰਾਜਾ ਰਤਨ ਰਾਏ, ਇਹਦਾ ਜਿਹੜਾ ਪਿਤਾ ਸੀ ਉਹ ਗੁਰੂ ਘਰ ਦਾ ਸ਼ਰਧਾਲੂ ਸੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਕਰਕੇ ਹੀ। ਇਸ ਕਰਕੇ ਇਹ ਵੀ ਆਪਣੀ ਮਾਤਾ ਦੇ ਸਮੇਤ ਆਪਣੀਆਂ ਸੈਨਾ ਦੇ ਕੁਝ ਸੰਗਤ ਦੇ ਸਮੇਤ ਜਿਹੜਾ ਹੈ ਉਹ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਅਨੰਦਪੁਰ ਸਾਹਿਬ ਮਿਲਣ ਦੇ ਲਈ ਆਉਂਦਾ ਹੈ। ਹੁਣ ਇਹਨੇ ਜਿਹੜੀਆਂ ਭੇਟਾਂ ਲੈ ਕੇ ਆਉਂਦੀਆਂ ਸੀ ਉਹਦੇ ਵਿੱਚੋਂ ਇੱਕ ਭੇਟ ਦਾ ਸਾਨੂੰ ਜ਼ਿਕਰ ਆਉਂਦਾ ਵੀ ਪ੍ਰਸ਼ਾਦੀ ਹਾਥੀ ਦਾ। ਤੁਸੀਂ ਸ਼ਾਇਦ ਨਾਮ ਕਦੀ ਸੁਣਿਆ ਹੋਵੇਗਾ। ਇਹ ਹਾਥੀ ਅਸਲ ਦੇ ਵਿੱਚ ਟ੍ਰੇਨਡ ਕੀਤਾ ਹੋਇਆ ਸੀ, ਜਿੱਦਾਂ ਹਾਥੀਆਂ ਨੂੰ ਅੱਜ ਵੀ ਸਿਖਾਇਆ ਜਾਂਦਾ ਹੈ। ਇਹ ਟ੍ਰੇਨਡ ਕੀਤਾ ਹੋਇਆ ਹਾਥੀ ਸੀ ਸਪੈਸ਼ਲ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਦੇ ਵਿੱਚ ਇਹਨੂੰ ਭੇਟ ਕਰਨਾ ਹੈ। ਤੇ ਇਹਨੂੰ ਇੱਦਾਂ ਕਹਿ ਸਕਦੇ ਹਾਂ ਵੀ ਇਹ ਬੰਦੇ ਦੇ ਆਖੇ ਲੱਗ ਕੇ ਜਾਂ ਇਹ ਟ੍ਰੇਨਡ ਹੀ ਇਹਨਾਂ ਸੀ ਵੀ ਇਹਨੂੰ ਚੌਰ ਕਰਨਾ ਆਉਂਦਾ ਸੀ, ਮਹਾਰਾਜ ਜੀ ਦੀ ਸੇਵਾ ਕਰਨੀ ਇਹਨੂੰ ਆਉਂਦੀ ਸੀ। ਇਹ ਇਸ ਪਾਸੇ ਤੋਂ ਤਿਆਰ ਕਰਵਾਇਆ ਗਿਆ ਸੀ ਹਾਥੀ। ਇਹ ਰਾਜਾ ਰਤਨ ਰਾਏ ਦੇ ਵੱਲੋਂ ਭੇਟ ਕੀਤਾ ਗਿਆ ਇੱਕ ਪੰਚ ਕਲਾ ਸ਼ਸਤਰ। ਜਿਹੜਾ ਸ਼ਸਤਰ ਇੱਕ ਹੀ ਹੁੰਦਾ ਹੈ ਪਰ ਉਹ ਵੱਖਰੇ ਵੱਖਰੇ ਤਰੀਕਿਆਂ ਦੇ ਨਾਲ ਵਰਤਿਆ ਜਾ ਸਕਦਾ ਹੈ। ਇੱਕੋ ਹੀ ਸ਼ਸਤਰ ਦੇ ਵਿੱਚੋਂ ਹੋਰ ਕਈ ਸ਼ਸਤਰ ਤਿਆਰ ਹੋ ਜਾਂਦੇ ਨੇ, ਇਸ ਕਰਕੇ ਉਹ ਪੰਚ ਕਲਾ ਸ਼ਸਤਰ ਭੇਟ ਕੀਤਾ ਗਿਆ। ਕਾਬੁਲ ਦੀ ਸੰਗਤ ਉਸ ਵੇਲੇ ਅਨੰਦਪੁਰ ਸਾਹਿਬ ਪਹੁੰਚਦੀ ਹੈ। ਤੁਸੀਂ ਸੋਚ ਕੇ ਵੇਖੋ ਵੀ ਕਿੰਨੀ ਦੂਰ ਦੀ ਸੰਗਤ ਹੈ ਤੇ ਵਾਪਸ ਅਨੰਦਪੁਰ ਸਾਹਿਬ ਉੱਥੋਂ ਸੰਗਤ ਪਹੁੰਚਦੀ ਹੈ। ਹੁਣ ਇਹ ਜਿਹੜਾ ਹੈ ਕਾਬੁਲ ਦੇ ਇਲਾਕੇ ਦੇ ਵਿੱਚੋਂ ਬੜੀਆਂ ਕੀਮਤੀ ਸ਼ਾਲਾਂ ਜਾਂ ਬੜੇ ਕੀਮਤੀ ਪਸ਼ਮੀਨੇ, ਉਸ ਵੇਲੇ ਕੱਪੜਾ ਜਿਹੜਾ ਹੈ ਨਾ ਸਤਿਗੁਰੂ ਜੀ ਦੇ ਦਰਬਾਰ ਦੇ ਵਿੱਚ ਇੱਕ ਚਾਨਣੀ ਅਰਪਣ ਕੀਤੀ ਜਾਂਦੀ ਹੈ, ਬੜੀ ਕੀਮਤੀ ਚਾਨਣੀ। ਇਹ ਉਸ ਪਾਸੇ ਦੀ ਵੀ ਗੱਲ ਹੈ ਜਿਹੜੇ ਅੱਜ ਬਹੁਤੇ ਮੇਰੇ ਵਰਗੇ ਇਹ ਕਹਿਣ ਲੱਗ ਪੈਂਦੇ ਨੇ ਵੀ ਏਡੇ ਮਹਿੰਗੇ ਰੁਮਾਲੇ ਲਾਉਣ ਦੀ ਕੀ ਲੋੜ ਹੈ। ਮੈਂ ਕਹਿੰਦਾ ਹੁੰਦਾ ਵੀ ਜੇ ਮਹਾਰਾਜ ਨੇ ਸਾਨੂੰ ਪਹੁੰਚ ਦਿੱਤੀ ਹੈ ਨਾ, ਅਸੀਂ ਚਾਹੁੰਦੇ ਹਾਂ ਵੀ ਸਾਡਾ ਘਰ ਸੋਹਣਾ ਹੋਵੇ, ਗੁਰੂ ਘਰ ਵੀ ਸੋਹਣਾ ਹੋਣਾ ਚਾਹੀਦਾ ਹੈ। ਹਾਂ, ਇਹ ਨਹੀਂ ਵੀ ਸਿਰਫ ਸਾਡਾ ਧਿਆਨ ਸਾਰਾ ਇਸ ਪਾਸੇ ਹੀ ਹੋ ਜਾਵੇ। ਜਿਹੜਾ ਸੇਵਾ ਕਰਦਾ ਹੈ ਉਹਨੂੰ ਕਰਨ ਦਿਓ, ਬਾਕੀ ਜਿਨ੍ਹਾਂ ਨੂੰ ਜਿਹੜੇ ਪਾਸੇ ਸੇਵਾ ਸਹੀ ਲੱਗਦੀ ਹੈ ਉਹ ਉਸ ਪਾਸੇ ਕਰੀ ਜਾਵੇ। ਮਾਲਕ ਸੇਵਾ ਵੰਡਦਾ ਹੈ ਨਾ, ਕਈਆਂ ਨੂੰ ਨੇ ਰੁਮਾਲੇ ਦੀ ਸੇਵਾ ਲਾਤੀ, ਕਈਆਂ ਨੂੰ ਚਾਦਰਾਂ ਦੀ ਲਾ ਦੇਵੇਗਾ, ਕਈਆਂ ਨੂੰ ਲੰਗਰ ਦੀ ਸੇਵਾ ਲਾ ਦੇਵੇਗਾ। ਉਹ ਤਾਂ ਮਾਲਕ ਦੀ ਮਰਜ਼ੀ ਹੈ ਕਿਹੜੇ ਕਿਹੜੇ ਪਾਸੇ ਲਾਉਣਾ, ਉਹਨੇ ਆਪੇ ਚੁਣ ਲੈਣਾ ਵੀ ਭਾਈ ਕਿਹੜੇ ਪਾਸੇ ਸੇਵਾ ਲਾਉਣੀ ਹੈ। ਇਸ ਕਰਕੇ ਇੱਦਾਂ ਤਾਂ ਨਹੀਂ ਨਾ ਹੋਣਾ ਚਾਹੀਦਾ ਵੀ ਅਸੀਂ ਕਹੀਏ ਵੀ ਰੁਮਾਲਿਆਂ ਦੇ ਉੱਤੇ ਪੈਸਾ ਖਰਚ ਕਰੀ ਜਾਂਦੇ ਵੀ ਸਾਡੀ ਕੰਜੂਸੀ ਸਾਰੀ ਇੱਥੇ ਹੀ ਆ ਕੇ ਨਿਕਲਣੀ ਹੈ ਕਿ ਸਾਨੂੰ ਇੰਝ ਲੱਗੇ। ਮੈਂ ਇਸ ਕਰਕੇ ਕਹਿ ਰਿਹਾ ਹਾਂ ਵੀ ਇਹ ਚੀਜ਼ਾਂ ਉਸ ਵੇਲੇ ਵੀ ਗੁਰੂ ਦਰਬਾਰ ਦੇ ਵਿੱਚ ਅਰਪਣ ਕੀਤੀਆਂ ਜਾਂਦੀਆਂ ਸੀ ਵੀ ਨਹੀਂ, ਅਸੀਂ ਜਿਹਨੂੰ ਆਪਣਾ ਕੁਝ ਭੇਟ ਕਰਨਾ ਹੈ ਉਹ ਕੀਮਤੀ ਤੇ ਵਧੀਆ ਚੀਜ਼ ਹੀ ਹੋਣੀ ਚਾਹੀਦੀ ਹੈ। ਇਹ ਕਾਬੁਲ ਦੀ ਸੰਗਤ ਦੇ ਵੱਲੋਂ ਚਾਨਣੀ ਭੇਟ ਕੀਤੀ ਗਈ ਸੀ। ਇਹਦਾ ਜ਼ਿਕਰ ਅੱਗੇ ਜਾ ਕੇ ਆਉਣਾ ਹੈ, ਇਸ ਕਰਕੇ ਮੈਂ ਇਹ ਬੇਨਤੀ ਕਰਦਾ ਪਿਆ ਹਾਂ। ਹੁਣ ਦੂਸਰੇ ਪਾਸੇ ਅਨੰਦਪੁਰ ਸਾਹਿਬ ਦੇ ਵਿੱਚ ਰੋਜ਼ ਸ਼ਸਤਰ ਵਿੱਦਿਆ ਹੁੰਦੀ ਹੈ। ਹੋ ਤੇ ਵੈਸੇ ਪਹਿਲਾਂ ਵੀ ਰਹੀ ਸੀ ਕਿਉਂਕਿ ਪਹਿਲੀ ਇਹ ਨਵਾਂ ਕੰਮ ਤੇ ਨਹੀਂ ਸੀ ਕਿਰਪਾਨ ਫੜਨ ਵਾਲਾ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਵੇਲੇ ਤੋਂ ਸਿੱਖਾਂ ਦੇ ਕੋਲ ਕਿਰਪਾਨਾਂ ਨੇ। ਪਰ ਹੋਇਆ ਕੀ ਹੈ ਕਿ ਜਿਹੜੇ ਮਸੰਦ ਸੀ, ਗੁਰੂ ਰਾਮਦਾਸ ਸਾਹਿਬ ਨੇ ਸਿਸਟਮ ਸ਼ੁਰੂ ਕੀਤਾ ਸੀ। ਸੰਗਤ ਦੀ ਭੇਟਾ ਲੈ ਕੇ ਆਉਂਦੇ ਸਨ, ਸੰਗਤ ਦੇ ਉੱਤੇ ਭੇਟਾ ਖਰਚ ਕਰਦੇ ਸਨ ਤੇ ਸੰਗਤ ਨੂੰ ਪ੍ਰਚਾਰ ਕਰਦੇ ਸਨ। ਇਹਨਾਂ ਦਾ ਕੰਮ ਇੰਨਾ ਕੁ ਹੁੰਦਾ ਸੀ। ਸੰਗਤ ਦੇ ਵਿੱਚੋਂ ਕੁਝ ਕੁ ਚੁਣੇ ਹੋਏ ਇਹ ਬੰਦੇ ਹੁੰਦੇ ਸੀ।
ਹੁਣ ਇਹਨਾਂ ਨੇ ਜਦੋਂ ਵੇਖਿਆ ਵੀ ਅਨੰਦਪੁਰ ਸਾਹਿਬ ਦੇ ਵਿੱਚ ਤੇ ਕਿਰਪਾਨਾਂ ਚੱਲਦੀਆਂ ਪਈਆਂ ਨੇ, ਭਾਵ ਕਿ ਸ਼ਸਤਰ ਵਿੱਦਿਆ ਖੇਡੀ ਜਾਂਦੀ ਹੈ, ਤੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦਾ ਮੁਕਾਬਲਾ ਔਰੰਗਜ਼ੇਬ ਦੇ ਨਾਲ ਤੇ ਮੁਗਲ ਸਰਕਾਰ ਨਾਲ ਹੋਣਾ ਹੀ ਹੋਣਾ। ਤੇ ਉਹਨਾਂ ਨੇ ਜਾ ਕੇ ਕਹਿੰਦੇ ਕਿ ਮਾਤਾ ਗੁਜਰ ਕੌਰ ਨੂੰ ਇਹ ਸ਼ਿਕਾਇਤ ਕਰ ਦਿੱਤੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸਮਝਾਓ, ਕਿਉਂਕਿ ਉਮਰ ਸਤਿਗੁਰੂ ਦੀ ਲਗਭਗ ਜੇ ਆਪਾਂ ਕਹੀਏ ਤਾਂ 16 ਕੁ ਸਾਲ ਦੇ ਕਰੀਬ ਦੇ ਲਾਗੇ ਬਣ ਜਾਂਦੀ ਹੈ। ਵੀ ਮਹਾਰਾਜ ਜੀ ਨੂੰ ਜਾ ਕੇ ਕਹਿੰਦੇ ਨੇ ਵੀ ਮਾਤਾ ਗੁਜਰ ਕੌਰ ਨੂੰ ਕਹਿੰਦੇ ਨੇ ਵੀ ਇਹਨਾਂ ਨੂੰ ਸਮਝਾਓ, ਵੇਖੋ ਉਹਨਾਂ ਨੇ ਅੱਗੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਸ਼ਹੀਦ ਕਰ ਦਿੱਤਾ ਤੇ ਜੇ ਹੁਣ ਅਸੀਂ ਮੁਕਾਬਲਾ ਕਰਾਂਗੇ ਤੇ ਸਾਡਾ ਹੋਰ ਨੁਕਸਾਨ ਹੋ ਸਕਦਾ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਇਹ ਗੱਲ ਪਹੁੰਚਦੀ ਹੈ ਤੇ ਮਹਾਰਾਜ ਜੀ ਅੱਗੋਂ ਜਵਾਬ ਦਿੰਦੇ ਨੇ ਵੀ ਅਸਲ ਦੇ ਵਿੱਚ ਪੂਜਾ ਦਾ ਪੈਸਾ ਖਾ ਖਾ ਕੇ ਤੇ ਇਹ ਅਵੇਸਲੇ ਹੋ ਗਏ ਨੇ। ਉਹਦਾ ਕਾਰਨ ਕੀ ਹੈ ਵੀ ਇਹਨਾਂ ਨੂੰ ਲੱਗਦਾ ਹੈ ਵੀ ਲੋਕੀ ਪੈਸੇ ਦੇਈ ਜਾਂਦੇ ਨੇ ਤੇ ਬੜਾ ਸੁੱਖ ਹੈ ਜ਼ਿੰਦਗੀ ਦੇ ਵਿੱਚ। ਇਹਨਾਂ ਨੂੰ ਲੱਗੇਗਾ ਵੀ ਜੇ ਕਿਰਪਾਨ ਫੜ ਲਈ ਤੇ ਇਹਨਾਂ ਦੀ ਰੋਟੀ ਦੇ ਉੱਤੇ ਸਭ ਤੋਂ ਪਹਿਲਾਂ ਲੱਤ ਵੱਜੇਗੀ। ਕਿਉਂ? ਕਿਉਂਕਿ ਕਿਰਪਾਨ ਫੜਨੀ ਹੈ ਤੇ ਫਿਰ ਇਹਨਾਂ ਨੂੰ ਤਾਂ ਅੱਗੇ ਆਉਣਾ ਪੈਣਾ। ਹੁਣ ਇਹ ਚਾਹੁੰਦੇ ਨੇ ਵੀ ਸਾਡੀ ਸੇਵਕੀ ਬੜੀ ਵਧੀਆ ਚੱਲਦੀ ਹੈ, ਲੋਕੀ ਵੀ ਸਤਿਕਾਰ ਕਰਦੇ ਨੇ, ਪੈਸਾ ਵੀ ਆਈ ਜਾਂਦਾ ਹੈ, ਤੇ ਇਸ ਕਰਕੇ ਕਿਉਂ ਇਹਨਾਂ ਜਿਹੜਾ ਹੈ ਉਹ ਚੱਕਰਾਂ ਦੇ ਵਿੱਚ ਪੈਣਾ। ਮਹਾਰਾਜ ਜੀ ਨੇ ਇੱਕ ਗੱਲ ਕਹੀ ਸੀ, ਭਾਈ ਅਸੀਂ ਤੇ ਇਹ ਸੋਚਿਆ ਵੀ ਸਾਰਿਆਂ ਨੂੰ ਹੀ ਬਰਾਬਰੀ ਦਾ ਸਿਧਾਂਤ ਦੇਣਾ ਤੇ ਸਾਰੀ ਦੁਨੀਆ ਨੂੰ ਜਾਗਰੂਕ ਕਰਨਾ ਹੈ, ਜ਼ੁਲਮ ਦਾ ਮੁਕਾਬਲਾ ਕਰਨਾ ਹੈ, ਜਿਹਨੂੰ ਇਹ ਰਸਤਾ ਔਖਾ ਲੱਗਦਾ ਹੈ ਉਹ ਛੱਡ ਕੇ ਪਰੇ ਹੋ ਸਕਦਾ ਹੈ। ਹੁਣ ਮਸੰਦ ਜਿਹੜੇ ਨੇ ਉਹਨਾਂ ਦੇ ਵਿੱਚੋਂ ਕੁਝ ਤੇ ਏਡੇ ਕਰਪਟ ਹੋ ਚੁੱਕੇ ਸੀ ਵੀ ਸੰਗਤ ਦਾ ਪੈਸਾ ਵੀ ਖਾ ਜਾਂਦੇ ਸੀ, ਤੇ ਕੁਝ ਚੰਗੇ ਵੀ ਸੀ। ਭਾਈ ਫੇਰੂ ਵਰਗੇ ਜਿਨ੍ਹਾਂ ਦਾ ਜ਼ਿਕਰ ਅਸੀਂ ਕਈ ਵਾਰ ਪੜ੍ਹਦੇ ਹੁੰਦੇ ਹਾਂ, ਇਹ ਮਹਾਰਾਜ ਜੀ ਨੇ ਉਹਨੂੰ ਇਹ ਕਹਿ ਦਿੱਤਾ ਵੀ ਭਾਈ ਫੇਰੂ ਤੇਰੀ ਸੱਚੀ ਦਾੜੀ, ਮਤਲਬ ਕਦੀ ਵੀ ਉਹਨੇ ਅਮਾਨਤ ਦੇ ਵਿੱਚ ਧੋਖਾ ਕੀਤਾ ਹੀ ਨਹੀਂ ਸੀ। ਤੇ ਕਈ ਗਿਆਨੀ ਗਿਆਨ ਸਿੰਘ ਹੁਣਾਂ ਨੇ ਜ਼ਿਕਰ ਕੀਤਾ, ਭਾਈ ਵੀਰ ਸਿੰਘ ਹੁਣਾਂ ਨੇ ਜ਼ਿਕਰ ਕੀਤਾ ਵੀ ਚੇਤੋ ਮਸੰਦ ਵਰਗੇ ਹੁੰਦੇ ਸੀ। ਉਹ ਕੀ ਕਰਦੇ ਸੀ ਵੀ ਸੰਗਤ ਨੇ ਕਿਤੇ ਆਉਣਾ, ਆਪਾਂ ਵੀ ਕਿਸੇ ਵੇਲੇ ਇਹ ਗੱਲਾਂ ਵੈਸੇ ਮੈਂ ਪ੍ਰਭਾਤ ਫੇਰੀਆਂ ਦੇ ਵਿੱਚ ਬੋਲ ਵੀ ਚੁੱਕਾ ਹਾਂ ਕਿ ਕਿਸੇ ਵੇਲੇ ਕੀ ਹੁੰਦਾ ਸੀ ਕਿ ਮੰਨ ਲਓ ਜਿਹੜੀ ਹੁਣ ਕਾਬੁਲ ਦੀ ਸੰਗਤ ਹੈ ਜਾਂ ਬੜੀ ਦੂਰ ਦੀ ਸੰਗਤ ਹੈ, ਉਹਨੇ ਸੋਚਣਾ ਵੀ ਸਾਡੇ ਜਥੇ ਦੇ ਵਿੱਚੋਂ ਕੋਈ ਦੂਸਰਾ ਬੰਦਾ ਜਾ ਰਿਹਾ ਹੈ ਤੇ ਉਹਨੇ ਕਹਿਣਾ ਵੀ ਚਲੋ ਮੇਰੇ ਕੋਲ ਤੇ ਨਹੀਂ ਜਾਇਆ ਜਾ ਸਕਦਾ, ਆਹ ਮੇਰੀ ਕੁਝ ਭੇਟਾ ਹੈ ਤੁਸੀਂ ਲੈ ਜਾਓ। ਇੱਦਾਂ ਕਈ ਵਾਰ ਹੁੰਦਾ ਵੀ ਤੁਸੀਂ ਗੁਰਦੁਆਰੇ ਜਾ ਰਹੇ ਜੇ, ਸਾਡੀ ਪਰਚੀ ਕਟਾਇਓ ਜਾ ਕੇ। ਹੁਣ ਉੱਥੇ ਕੀ ਹੈ ਵੀ ਸੰਗਤ ਨੇ ਭੇਟਾ ਦੇਣੀ ਹੈ, ਕਈਆਂ ਨੇ ਜੋ ਜਿਹਦੇ ਕੋਲ ਸਰਦਾ ਬਣਦਾ ਹੋਣਾ ਉਹਨੇ ਉਹ ਅਰਪਣ ਕਰਨ ਦੇ ਲਈ ਅਨੰਦਪੁਰ ਸਾਹਿਬ ਭੇਜ ਦੇਣਾ, ਸਤਿਗੁਰੂ ਦੇ ਕੋਲ ਭੇਜ ਦੇਣਾ। ਤੇ ਚੇਤੋ ਮਸੰਦ ਨੂੰ ਕਿਸੇ ਨੇ 2 ਕੰਗਣ ਦਿੱਤੇ ਸੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਈ। ਇਹ ਜਦੋਂ ਦਰਬਾਰ ਦੇ ਵਿੱਚ ਆਪਣੀ ਰਕਮ ਦਾ ਹਿਸਾਬ ਕਿਤਾਬ ਦੇਣ ਲੱਗਾ ਤੇ ਕਹਿੰਦੇ ਇਹਨੇ ਜਿਹੜੇ ਕੰਗਣ ਸੀ ਨਾ ਉਹ ਪੱਗ ਦੇ ਵਿੱਚ ਲੁਕਾ ਲਏ ਸੀ। ਮਹਾਰਾਜ ਜੀ ਨੇ ਪਤਾ ਕਰ ਲਿਆ ਵੀ ਭਾਈ ਇਹ ਤੂੰ ਧੋਖਾ ਕਰਦਾ ਪਿਆ। ਮਤਲਬ ਇੱਦਾਂ ਦੇ ਮਸੰਦ ਵੀ ਸੀ, ਚੰਗੇ ਵੀ ਬਹੁਤ ਤੇ ਕਰਪਟ ਵੀ ਬਹੁਤ। ਹੁਣ ਇਹਦੇ ਤੋਂ ਅੱਗੇ ਜਿਹੜੀ ਗੱਲ ਆਉਂਦੀ ਹੈ ਲੰਗਰ ਦੇ ਵਿਧਾਨ ਦੀ। ਹਾਲਾਂਕਿ ਇਸ ਪ੍ਰਥਾ ਨੂੰ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤਾ, ਲੰਗਰ ਪ੍ਰਥਾ ਨੂੰ। ਦੂਸਰੇ ਨੰਬਰ ਦੇ ਉੱਤੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਤਾਂ ਕੰਪਲਸਰੀ ਕਰ ਦਿੱਤਾ ਵੀ ਭਾਈ ਪਹਿਲਾਂ ਬਰਾਬਰ ਬੈਠ ਕੇ ਪ੍ਰਸ਼ਾਦਾ ਛਕੋ ਤੇ ਫਿਰ ਤੁਸੀਂ ਸੰਗਤ ਦੇ ਵਿੱਚ ਆਓ, ਪਹਿਲਾਂ ਪੰਗਤ ਪਾਛੇ ਸੰਗਤ ਵਾਲੀ ਜਿਹੜੀ ਗੱਲ ਹੈ। ਹੁਣ ਅਨੰਦਪੁਰ ਜਿਹੜਾ ਵਸਿਆ ਸੀ ਉਹ ਵਸਿਆ ਸੀ ਪਹਾੜੀ ਰਿਆਸਤਾਂ ਦੇ ਵਿੱਚ। ਹੁਣ ਪਹਾੜੀ ਜਿਹੜੇ ਰਾਜੇ ਸੀ ਉਹ ਆਪਣੇ ਆਪ ਨੂੰ ਮੰਨਦੇ ਸੀ ਵੀ ਅਸੀਂ ਸਨਾਤਨੀ ਧਰਮ ਦੇ ਰਖਵਾਲੇ ਹਾਂ, ਕਿਉਂਕਿ ਉਹਨਾਂ ਦੇ ਨਾਲ ਬਹਿਣ ਵਾਲੇ ਬ੍ਰਾਹਮਣ ਸਨ, ਉਹਨਾਂ ਦੇ ਨਾਲ ਬਹਿਣ ਵਾਲੇ ਪਰਮਾਨੰਦ ਵਰਗੇ ਪੁਰੋਹਿਤ ਸਨ, ਜਿਨ੍ਹਾਂ ਨੂੰ ਪੰਮਾ ਪੁਰੋਹਿਤ ਕਿਹਾ ਜਾਂਦਾ ਹੈ। ਉਹਨਾਂ ਦੇ ਵਿੱਚੋਂ ਕੁਝ ਅਨੰਦਪੁਰ ਵੀ ਆ ਕੇ ਰਹਿੰਦੇ ਹੁੰਦੇ ਸੀ। ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਅਨੰਦਪੁਰ ਰੋਟੀ ਸੌਖੀ ਮਿਲਦੀ ਹੈ, ਫਿਰ ਦਿੱਕਤ ਤੇ ਇਹ ਹੈ ਨਾ ਵੀ ਜੋ ਅਸੀਂ ਪਿੱਛੋਂ ਸਿੱਖ ਕੇ ਆਏ ਹੁੰਦੇ ਹਾਂ ਵੀ ਇੱਥੇ ਤੇ ਸਾਰਿਆਂ ਨੂੰ ਬਰਾਬਰ ਦੀ ਰੋਟੀ ਮਿਲ ਜਾਂਦੀ ਤੇ ਅਸੀਂ ਬ੍ਰਾਹਮਣ ਹਾਂ, ਫਿਰ ਸਾਨੂੰ ਰੋਟੀ ਵੱਖਰੀ ਕਿਉਂ ਨਹੀਂ ਮਿਲਦੀ। ਪੁਰੋਹਿਤ, ਪੰਮੇ ਪੁਰੋਹਿਤ ਵਰਗੇ ਇਹ ਅਕਸਰ ਰਾਜਿਆਂ ਦੇ ਕੰਨ ਭਰਦੇ ਰਹਿੰਦੇ ਸੀ ਵੀ ਅਨੰਦਪੁਰ ਸਾਹਿਬ ਵਿੱਚ ਜੋ ਮਰਿਆਦਾ ਚੱਲਦੀ ਪਈ ਹੈ ਨਾ, ਇਹਨੇ ਸਨਾਤਨੀ ਮਰਿਆਦਾ ਨੂੰ ਢਾਹ ਲਾ ਕੇ ਰੱਖ ਦਿੱਤੀ ਹੈ। ਮਤਲਬ ਉੱਥੇ ਤੇ ਸਾਰਿਆਂ ਨੂੰ ਬਰਾਬਰ ਰੋਟੀ ਖਵਾਈ ਜਾਂਦੇ ਆ, ਇਹ ਕਿੱਦਾਂ ਦਾ ਵਿਧਾਨ ਹੋਇਆ? ਇੱਥੇ ਤਾਂ ਸਾਰਿਆਂ ਤੋਂ ਪਹਿਲਾਂ ਸਾਨੂੰ ਰੋਟੀ ਖਵਾਉਣੀ ਚਾਹੀਦੀ ਸੀ। ਤੇ ਰਾਜੇ ਨੂੰ ਆਪਣਾ ਫਿਕਰ ਸੀ ਵੀ ਜਿਨ੍ਹਾਂ ਨੂੰ ਅੱਜ ਬਰਾਬਰ ਰੋਟੀ ਖਵਾ ਦਿੱਤੀ, ਜੇ ਕੱਲ੍ਹ ਨੂੰ ਸਾਰਿਆਂ ਨੇ ਕਿਰਪਾਨਾਂ ਫੜਦੀਆਂ ਤਾਂ ਪਹਿਲਾਂ ਇਹਨਾਂ ਨੇ ਸਾਡੇ ਵੱਲ ਹੀ ਆਉਣਾ। ਉਹ ਇੱਕ ਸਿਸਟਮ ਤਿਆਰ ਹੋ ਜਾਂਦਾ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਨੂੰ ਦਬਾਉਣਾ ਹੈ। ਭੀਮ ਚੰਦ ਇਹਦਾ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਰਿਹਾ ਹੁੰਦੇ ਨੇ ਤੇ ਤਾਰਾ ਚੰਦ ਨੂੰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਰਿਹਾ ਕਰਵਾਇਆ ਸੀ। ਇਸੇ ਤਾਰਾ ਚੰਦ ਦਾ ਜਿਹੜਾ ਬੇਟਾ ਹੈ ਨਾ ਉਹ ਭੀਮ ਚੰਦ ਹੈ। ਹਾਲਾਂਕਿ ਉਪਕਾਰ ਭੁੱਲ ਜਾਂਦੇ ਨੇ, ਇਹ ਭੀਮ ਚੰਦ ਸਭ ਤੋਂ ਜ਼ਿਆਦਾ ਅੱਗੇ ਹੋ ਕੇ ਤੇ ਗੁਰੂ ਘਰ ਦੇ ਖਿਲਾਫ ਲੜਿਆ ਹੈ। ਹਾਲਾਂਕਿ ਇਹਦੇ ਪਿਤਾ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਛਡਾਇਆ ਸੀ, ਸਭ ਤੋਂ ਜ਼ਿਆਦਾ ਇਹੋ ਹੀ ਲੜਿਆ। ਹੋਰ ਵੀ ਪਹਾੜੀ ਰਿਆਸਤਾਂ ਦੇ ਰਾਜੇ ਨੇ, ਇਹ ਸਾਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਦੀ ਇੱਦਾਂ ਕਹਿ ਦਿੰਦੇ ਨੇ ਵੀ ਤੁਸੀਂ ਇਹਨੂੰ ਬੰਦ ਵੀ ਕਰ ਲਓ। ਕਦੀ ਚਿੱਠੀਆਂ ਦਾ ਵੀ ਜ਼ਿਕਰ ਆਉਂਦਾ ਹੈ। ਜਦੋਂ ਪਾਉਂਟਾ ਸਾਹਿਬ ਦੀ ਗੱਲ ਆਉਂਦੀ ਹੈ, ਮਹਾਰਾਜ ਜੀ ਕੁਝ ਸਮਾਂ ਇੱਥੇ ਟਿਕਦੇ ਨੇ
ਤੇ ਮੇਦਨੀ ਪ੍ਰਕਾਸ਼ ਇਹ ਨਾਹਨ ਰਿਆਸਤ ਦਾ ਰਾਜਾ ਹੈ। ਸਾਰੇ ਰਾਜੇ ਗੁਰੂ ਸਾਹਿਬ ਦੇ ਵਿਰੁੱਧ ਵੀ ਨਹੀਂ ਸੀ, ਪਰ ਸਾਰੇ ਨਾਲ ਵੀ ਨਹੀਂ ਸੀ। ਨਾਹਨ ਰਿਆਸਤ ਦਾ ਜਿਹੜਾ ਰਾਜਾ ਹੈ ਮੇਦਨੀ ਪ੍ਰਕਾਸ਼, ਉਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਆਪਣੇ ਇਲਾਕੇ ਦੇ ਵਿੱਚ ਸੱਦਾ ਦਿੰਦਾ ਹੈ ਵੀ ਮਹਾਰਾਜ ਜੀ ਤੁਸੀਂ ਇਸ ਇਲਾਕੇ ਦੇ ਵਿੱਚ ਆਓ। ਇਹਦਾ ਝਗੜਾ ਹੋ ਗਿਆ ਸੀ ਫਤਿਹ ਸ਼ਾਹ ਦੇ ਨਾਲ, ਉਸ ਨੂੰ ਸਤਿਗੁਰੂ ਜੀ ਨੇ ਸੁਲਝਾਇਆ ਹੈ। ਉਹ ਝਗੜਾ ਅੱਗੇ ਫਿਰ ਕਿਵੇਂ ਜਿਹੜਾ ਹੈ ਉਹ ਭੰਗਾਣੀ ਦੇ ਜੰਗ ਦੇ ਵਿੱਚ ਅੱਗੇ ਕਾਰਨ ਬਣਦਾ ਹੈ ਤੇ ਕਿੱਦਾਂ ਸਤਿਗੁਰੂ ਜੀ ਭੰਗਾਣੀ ਦਾ ਯੁੱਧ ਕਰਦੇ ਨੇ, ਅਸੀਂ ਇਹਨੂੰ ਕੱਲ੍ਹ ਦੇ ਸਮੇਂ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ। ਅੱਜ ਇਹ ਮਹਾਰਾਜ ਜੀ ਦਾ ਸੰਖੇਪ ਜਿਹਾ ਅਸੀਂ ਜੀਵਨ ਸੋਚਣ ਦੀ ਕੋਸ਼ਿਸ਼ ਜਾਂ ਸਮਝਣ ਦੀ ਕੋਸ਼ਿਸ਼ ਕਰਦੇ ਪਏ ਹਾਂ। ਮੈਂ ਬੇਨਤੀ ਕਰ ਦੇਵਾਂ ਕਿ ਸਿਰਫ ਟੂ ਦੀ ਪੁਆਇੰਟ ਗੱਲਾਂ ਨੇ ਵੀ ਮੇਨ ਗੱਲਾਂ ਅਸੀਂ ਸਤਿਗੁਰੂ ਦੇ ਜੀਵਨ ਦੇ ਵਿੱਚੋਂ ਜਿਹੜਾ ਹੈ ਉਹਨੂੰ ਯਾਦ ਕਰ ਸਕੀਏ, ਸਮਝ ਸਕੀਏ। ਆਪ ਜੀ ਦੇ ਚਰਨਾਂ ਦੇ ਵਿੱਚ ਅੱਜ ਬੇਨਤੀ ਕਰਦੇ ਹਾਂ, ਮੇਰੇ ਪਾਸੋਂ ਬੋਲਦਿਆਂ ਹੋਈਆਂ ਭੁੱਲਾਂ ਦੀ ਖਿਮਾ। ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।